ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤੁਐ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸਮਤ। ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰ ਚੜ ਜਾਇ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਇ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਨ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਦੀਨ ਦੁਨੀ ਦੇ ਵਾਲੀ ਲੋਕ ਪਰਲੋਕ ਕੇ ਰੱਖਿਅਕ ਦੀਨਾਂ ਉੱਤੇ ਦਇਆਲਤਾ ਕਰਨ ਵਾਲੇ ਜੁਗੋ ਜੁਗ ਅਟਲ ਦਾਸ ਗੁਰੂ ਸਾਹਿਬਾਨਾਂ ਦੀ ਪ੍ਰਤੱਖ ਜੋਤ ਸ਼ਬਦ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਬੜੀ ਮਿਹਰਾਮਤ ਕਿਰਪਾ ਹੋਈ ਹੈ ਜੋ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਤਿਗੁਰੂ ਸਾਰੀ ਹੀ ਸੰਗਤ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰ ਰਹੇ ਹਨ। ਵਡਭਾਗੇ ਹਾਂ ਸਾਧ ਸੰਗਤ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਪਹੁੰਚ ਕਰਕੇ ਸਤਿਗੁਰਾਂ ਨੂੰ ਸੀਸ ਨਿਵਾ ਰਹੇ ਹਾਂ। ਅੰਮ੍ਰਿਤਮਈ ਗੁਰਬਾਣੀਆਂ ਦਾ ਨਿਤਨੇਮ ਹੋਇਆ ਹੈ। ਸੋ ਹੁਣ ਸਮਾਂ ਹੋਇਆ ਹੈ ਜੋ ਲੜੀਵਾਰ ਕਥਾ ਵਿਚਾਰ ਦਾ
ਸੋਦਰ ਰਹਿਰਾਸ ਸਾਹਿਬ ਜੀ ਦੀ ਪਵਿੱਤਰ ਨਿਤਨੇਮ ਦੀ ਗੁਰਬਾਣੀ ਦੀ ਲੜੀਵਾਰ ਜੋ ਕਥਾ ਵਿਚਾਰ ਚੱਲ ਰਹੀ ਹੈ, ਤੇ ਇਸ ਦੇ ਅੰਦਰ ਜੋ ਆਪਾਂ ਨੇ ਜੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਬਖਸ਼ਿਸ਼ ਕਰਨਾ ਕੀਤੇ, ਜੋ ਉਹ 9 ਸ਼ਬਦ ਕੁੱਲ ਉਹਨਾਂ ਦੀ ਵਿਚਾਰ ਆਪਾਂ ਹੁਣ ਤੱਕ ਸਰਵਣ ਕੀਤੀ। ਉਸ ਤੋਂ ਉਪਰੰਤ ਜੋ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਚੌਪਈ ਸਾਹਿਬ ਅਤੇ ਜੋ ਹੋਰ ਸ਼ਬਦ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚੋਂ ਆਏ ਸਨ, ਤਿਨਾਂ ਦੀ ਵਿਚਾਰ ਆਪਾਂ ਸਤਿਗੁਰਾਂ ਦੀ ਕਿਰਪਾ ਸਦਕਾ ਸਰਵਣ ਕਰਨਾ ਕੀਤੀ, ਜਿਨ੍ਹਾਂ ਦੇ ਅੰਦਰ ਸਤਿਗੁਰਾਂ ਨੇ ਪਰਮੇਸ਼ਰ ਦੇ ਅੱਗੇ ਬੇਨਤੀ ਰੂਪ ਅੰਦਰ ਜੋ ਸ਼ਬਦ ਉਚਾਰਨ ਕੀਤੇ ਸਨ ਕਿ ਹਮਰੀ ਕਰੋ ਹਾਥ ਦਾ ਰੱਛਾ, ਕਿ ਪਰਮੇਸ਼ਰ ਸਾਡੀ ਰੱਖਿਆ ਕਰਨ ਵਾਲੇ, ਸਾਡੀ ਰਖਵਾਲੀ ਕਰਨ ਵਾਲੇ ਪਰਮੇਸ਼ਰ ਤੁਸੀਂ ਹੀ ਹੋ। ਸਗਲ ਦਵਾਰ ਕਉ ਛਾੜ ਕੇ ਗਹਿਓ ਤੁਹਾਰੋ ਦਵਾਰ, ਅਸੀਂ ਤੁਹਾਡੇ ਦੁਆਰੇ ਤੇ ਆਏ ਹਾਂ। ਸਾਰੇ ਆਸਰੇ ਪਰਨੇ ਛੱਡ ਕੇ, ਸਾਰੇ ਦੁਆਰੇ ਛੱਡ ਕੇ, ਹੇ ਪਰਮੇਸ਼ਰ ਅਸੀਂ ਤੁਹਾਡੇ ਦਰ ਤੇ ਆਣ ਪਏ ਹਾਂ। ਬਾਹੇ ਗਹੇ ਕੀ ਲਾਜ ਅਸ, ਤੇ ਸਾਡੀ ਬਾਂਹ ਫੜੀ ਦੀ ਤੁਸੀਂ ਲਾਜ ਰੱਖ ਲਓ, ਸ਼ਰਨ ਆਇਆਂ ਦੀ ਲਾਜ ਰੱਖ ਲਓ, ਤਾਂ ਜੋ ਤੁਹਾਡਾ ਬਿਰਧ ਜੋ ਹੈ ਭਗਤ ਵਛਲ ਤੁਹਾਡਾ ਬਿਰਧ ਹੈ, ਭਗਤਾਈ ਕਰਨ ਵਾਲਿਆਂ ਨੂੰ ਪ੍ਰੇਮ ਕਰਨ ਵਾਲੇ ਹੋ ਤੁਸੀਂ ਹੇ ਪਰਮੇਸ਼ਰ। ਹਰ ਜੁਗ ਜੁਗ ਭਗਤ ਉਪਾਇਆ, ਜੁਗਾਂ ਜੁਗਾਂ ਅੰਦਰ ਤੁਸੀਂ ਭਗਤ ਪੈਦਾ ਕੀਤੇ, ਤੁਸੀਂ ਉਹਨਾਂ ਦੀ ਪੈਜ ਰੱਖੀ। ਜਿਤਨੇ ਵੀ ਜੀਵ ਇਸ ਸੰਸਾਰ ਅੰਦਰ ਤੁਸੀਂ ਪੈਦਾ ਕੀਤੇ, ਤੁਸੀਂ ਉਹਨਾਂ ਦੀ ਪ੍ਰਤਪਾਲਣਾ ਕਰ ਰਹੇ ਹੋ। ਐਸੇ ਪਰਮੇਸ਼ਰ ਅਸੀਂ ਸਾਰੇ ਦੁਆਰੇ ਛੱਡ ਕੇ ਤੁਹਾਡੇ ਦਰ ਤੇ ਆਣ ਪਏ ਹਾਂ, ਤੁਹਾਡੇ ਅੱਗੇ ਬੇਨਤੀਆਂ ਕੀਤੀਆਂ ਹਨ, ਤੁਸੀਂ ਸਾਡੀ ਲਾਜ ਰੱਖ ਲਵੋ। ਇਸੇ ਪ੍ਰਕਾਰ ਨਾਲ ਸਤਿਗੁਰਾਂ ਨੇ ਇਹ ਸਿੱਖਿਆ ਦਿੱਤੀ ਹੈ ਸਿੱਖਾਂ ਨੂੰ ਕਿ ਇਸ ਪ੍ਰਕਾਰ ਦੇ ਨਾਲ ਪਰਮੇਸ਼ਰ ਅੱਗੇ, ਸਤਿਗੁਰਾਂ ਅੱਗੇ ਜੋ ਬੇਨਤੀਆਂ ਕਰਨੀਆਂ ਹਨ। ਕੱਲ ਤੱਕ ਜੋ ਦਸਮ ਬਾਣੀ ਦੇ ਅੰਦਰੋਂ ਸ਼ਬਦ ਆ ਰਹੇ ਸਨ, ਉਹਨਾਂ ਦੀ ਵਿਚਾਰ ਸੰਪੂਰਨ ਹੋ ਗਈ ਸੀ। ਸੋ ਜੋ ਅੱਜ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਪਵਿੱਤਰ ਜੋ ਗੁਰਬਾਣੀ ਆਨੰਦ ਸਾਹਿਬ ਦੇ ਅੰਦਰੋਂ ਜੋ ਸ਼ਬਦ ਆ ਰਹੇ ਹਨ, ਤਿਨਾਂ ਨੂੰ ਬੜੇ ਹੀ ਪ੍ਰੇਮ ਸਹਿਤ ਸਰਵਣ ਕਰਨ ਦਾ ਯਤਨ ਕਰੀਏ। ਸਤਿਗੁਰੂ ਬਖਸ਼ਿਸ਼ ਕਰਨ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ। ਤੁਸੀਂ ਸਤਿਗੁਰੂ ਕਿਰਪਾ ਕਰਿਓ ਤੇ ਸਤਿਗੁਰਾਂ ਅੱਗੇ ਸੀਸ ਨਿਵਾਈਏ। ਦੋਏ ਕਰ ਜੋੜ ਸਾਰੀ ਸੰਗਤ ਬੜੇ ਪ੍ਰੇਮ ਸਹਿਤ ਆਖੀਏ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ। ਸਾਧ ਸੰਗਤ, ਜਿਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਾਰੀ ਹੀ ਸੰਗਤ ਨੂੰ ਜੀ ਦਾਨ ਦੇ ਕਰਕੇ ਨਿਹਾਲ ਕਰ ਰਹੇ ਸਨ, ਸਾਰੀ ਹੀ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ਿਸ਼ ਕਰ ਰਹੇ ਸਨ, ਉਸ ਸਮੇਂ ਸਾਧ ਸੰਗਤ ਇੱਕ ਜੋਗੀ ਸਤਿਗੁਰਾਂ ਪਾਸ ਆਇਆ, ਜਿਸ ਦੀ ਬੜੀ ਲੰਮੀ ਉਮਰ ਸੀ, ਬੜੇ ਇਹਨੇ ਤਪ ਸਾਧਨਾ ਕੀਤੇ, ਬੜੀਆਂ ਕਠਿਨ ਇਹਨੇ ਸਾਧਨਾਵਾਂ ਕੀਤੀਆਂ ਹੋਈਆਂ ਸਨ। ਇਸ ਸਤਿਗੁਰਾਂ ਪਾਸ ਆ ਕੇ ਇਸ ਨੇ ਬੇਨਤੀ ਕੀਤੀ, ਜੋ ਸਤਿਗੁਰਾਂ ਦਾ ਪ੍ਰਤਾਪ ਇਹਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਬੜੇ ਪ੍ਰਤਾਪਸ਼ਾਲੀ ਹਨ, ਤੇ ਸਤਿਗੁਰਾਂ ਅੱਗੇ ਆਣ ਕਰਕੇ ਇਸ ਨੇ ਫਿਰ ਬੇਨਤੀ ਕੀਤੀ ਕਿ ਸਤਿਗੁਰੂ ਮੇਰੀ ਬਹੁਤ ਲੰਮੀ ਉਮਰ ਹੋਈ ਹੈ ਯੋਗ ਸਾਧਨਾ ਕਰ ਕਰਕੇ, ਮੈਂ ਇਸ ਸਾਰੀ ਉਮਰ ਦੇ ਵਿੱਚ ਬੜੇ ਕਠਿਨ ਤਪ ਸਾਧਨਾਵਾਂ ਕੀਤੀਆਂ ਹਨ, ਪਰ ਸਤਿਗੁਰੂ ਮੈਨੂੰ ਉਸ ਪਰਮੇਸ਼ਰ ਦਾ ਨਾ ਤਾਂ ਆਨੰਦ ਪ੍ਰਾਪਤ ਹੋਇਆ ਹੈ ਅਤੇ ਨਾ ਹੀ ਬ੍ਰਹਮ ਗਿਆਨ ਪ੍ਰਾਪਤ ਹੋਇਆ ਹੈ, ਤੇ ਤੁਸੀਂ ਕਿਰਪਾ ਕਰਕੇ ਮੇਰੇ ਤੇ ਬਖਸ਼ਿਸ਼ ਕਰੋ। ਐਸੀ ਉਸ ਜੋਗੀ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਤਾਂ ਸਤਿਗੁਰਾਂ ਨੇ ਉੱਥੇ ਉਸ ਨੂੰ ਬਚਨ ਕਹੇ ਕਿ ਤੈਨੂੰ ਸਿੱਖੀ ਬਖਸ਼ ਦਿੰਦੇ ਹਨ। ਉਸਨੇ ਜਾਚਨਾ ਕੀਤੀ ਕਿ ਮੈਨੂੰ ਸਿੱਖੀ ਬਖਸ਼ੋ ਤਾਂ ਜੋ ਮੈਨੂੰ ਬ੍ਰਹਮ ਦਾ ਗਿਆਨ ਤੇ ਪਰਮੇਸ਼ਰ ਦਾ ਆਨੰਦ ਪ੍ਰਾਪਤ ਹੋ ਜਾਵੇ। ਤੇ ਸਤਿਗੁਰੂ ਕਹਿਣ ਲੱਗੇ, ਸਤਿਗੁਰਾਂ ਨੇ ਫਰਮਾਇਆ ਕਿ ਤੈਨੂੰ ਸਿੱਖੀ ਬਖਸ਼ ਦਿੰਦੇ ਹਾਂ,
ਸਿੱਖੀ ਪ੍ਰਾਪਤ ਕਰਨ ਦੇ ਨਾਲ ਜੀਵਨ ਮਰਨ ਮਿਟ ਜਾਂਦਾ ਹੈ ਜੀਵ ਦਾ, ਪਰ ਤੇਰੀ ਪ੍ਰਾਲਬਧ ਦੇ ਅਨੁਸਾਰ, ਤੇਰੇ ਕਰਮਾਂ ਅਨੁਸਾਰ ਤੇਰਾ ਹਜੇ ਇੱਕ ਜਨਮ ਹੋਰ ਹੋਣਾ ਹੈ। ਇਸ ਕਰਕੇ ਜਦੋਂ ਉਹ ਤੇਰਾ ਜਨਮ ਹੋ ਜਾਵੇਗਾ, ਤੇਰੇ ਉਸ ਜਨਮ ਦੇ ਵਿੱਚ ਫਿਰ ਤੈਨੂੰ ਜੋ ਗੁਰਸਿੱਖੀ ਬਖਸ਼ਿਸ਼ ਕਰਕੇ ਤੇ ਤੇਰਾ ਜੀਵਨ ਮਰਨ ਕੱਟ ਦਿਆਂਗੇ ਤੇ ਤੈਨੂੰ ਆਨੰਦ ਦੀ ਪ੍ਰਾਪਤੀ ਫਿਰ ਹੋ ਜਾਵੇਗੀ। ਤਾਂ ਇਹ ਜੋ ਜੋਗੀ ਸੀ ਇਹ ਸੰਕਲਪ ਸਿੱਧ ਸੀ। ਇਸ ਨੇ ਸੰਕਲਪ ਦੇ ਨਾਲ ਆਪਣਾ ਜੋ ਸਰੀਰ ਤਿਆਗ ਦਿੱਤਾ ਅਤੇ ਸਾਧ ਸੰਗਤ ਉਸ ਸਮੇਂ ਜੋ ਇਸ ਦਾ ਜਨਮ ਫਿਰ ਜੋ ਬਾਬਾ ਮੋਹਰੀ ਜੀ ਸੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਸਪੁੱਤਰ ਬਾਬਾ ਮੋਹਰੀ ਜੀ, ਤਿਨਾਂ ਦੇ ਗ੍ਰਹਿ ਵਿਖੇ ਫਿਰ ਇਸ ਸਾਧੂ ਦਾ ਜਨਮ ਹੋਇਆ। ਜਿਸ ਸਮੇਂ ਇਸ ਦਾ ਉੱਥੇ ਜਨਮ ਹੋਇਆ ਤਾਂ ਇਸ ਬਾਲਕ ਨੂੰ ਇਸ਼ਨਾਨ ਕਰਾ ਕੇ ਸਤਿਗੁਰਾਂ ਪਾਸ ਲਿਆਂਦਾ ਗਿਆ। ਤਾਂ ਸਤਿਗੁਰੂ ਉੱਥੇ ਬੜੇ ਪ੍ਰਸੰਨ ਹੋਏ ਕਿ ਇਹ ਜੋ ਆਨੰਦ ਦੀ ਪ੍ਰਾਪਤੀ ਦੀ ਜਾਚਨਾ ਕਰਨ ਵਾਲਾ, ਬ੍ਰਹਮ ਗਿਆਨ ਦੀ ਜਾਚਨਾ ਰੱਖਣ ਵਾਲਾ ਇਹ ਬਾਲਕ ਨੇ ਜਨਮ ਲਿਆ ਹੈ। ਸਤਿਗੁਰੂ ਬੜੇ ਪ੍ਰਸੰਨ ਹੋਏ। ਸਤਿਗੁਰੂ ਨੇ ਉਸ ਬਾਲਕ ਨੂੰ ਆਪਣੇ ਹੱਥਾਂ ਵਿੱਚ ਚੁੱਕਿਆ, ਕਿਉਂਕਿ ਸਤਿਗੁਰੂ ਬਾਲਕ ਨੂੰ ਕਦੀ ਆਪਣੇ ਹੱਥਾਂ ਵਿੱਚ ਨਹੀਂ ਸੀ ਚੱਕਦੇ ਹੁੰਦੇ, ਪਰ ਇਸ ਦਾ ਨਾਮ ਵੀ ਸਤਿਗੁਰਾਂ ਨੇ ਆਨੰਦ ਰੱਖ ਦਿੱਤਾ ਅਤੇ ਆਪਣੇ ਕਰ ਕਮਲਾਂ ਦੇ, ਆਪਣੇ ਹਸਤ ਕਮਲਾਂ ਅੰਦਰ ਇਸ ਨੂੰ ਬਾਲਕ ਨੂੰ ਚੱਕ ਕੇ ਤੇ ਇਸ ਨੂੰ ਫਿਰ ਸਿੱਖੀ ਦਾ ਜੋ ਦਾਤ ਬਖਸ਼ਿਸ਼ ਕੀਤੀ, ਉਪਦੇਸ਼ ਬਖਸ਼ਿਆ। ਤੇ ਉਸ ਸਮੇਂ ਫਿਰ ਸਤਿਗੁਰਾਂ ਨੇ ਇਹ ਜੋ 40 ਪੌੜੀਆਂ ਸ੍ਰੀ ਆਨੰਦ ਸਾਹਿਬ ਦੀਆਂ ਹਨ, ਉਸ ਦੇ ਪ੍ਰਥਾਏ ਫਿਰ ਇਹ ਉਚਾਰਨ ਕੀਤੀਆਂ ਸੀ, ਉਸ ਨੂੰ ਉਪਦੇਸ਼ ਦਿੰਦਿਆਂ ਕਿ ਜੋ ਆਨੰਦ ਹੈ, ਪਰਮੇਸ਼ਰ ਦਾ ਆਨੰਦ ਕਿਸ ਪ੍ਰਕਾਰ ਨਾਲ ਪ੍ਰਾਪਤ ਹੋਵੇਗਾ। ਸੋ ਇਸ ਪ੍ਰਕਾਰ ਨਾਲ ਸੰਗਤ ਨੇ ਵੀ ਜੋ ਸਤਿਗੁਰਾਂ ਅੱਗੇ ਇੱਕ ਸਮੇਂ ਬੇਨਤੀ ਕੀਤੀ ਕਿ ਸਤਿਗੁਰੂ, ਜੋ ਪਰਮੇਸ਼ਰ ਦਾ ਸਦੀਵੀ ਆਨੰਦ ਹੈ, ਜੋ ਸ੍ਰੇਸ਼ਟ ਆਨੰਦ ਹੈ, ਉਹ ਕਿਸ ਪ੍ਰਕਾਰ ਨਾਲ ਸਦਾ ਬਣਿਆ ਰਵੇ। ਤਾਂ ਉਸ ਸਮੇਂ ਫਿਰ ਸਤਿਗੁਰਾਂ ਨੇ ਇਹ ਜੋ ਪਵਿੱਤਰ ਬਾਣੀ ਆਨੰਦ ਸਾਹਿਬ ਦੀ ਉਚਾਰਨ ਕਰਨਾ ਕੀਤੀ ਸੀ। ਇਸੇ ਪ੍ਰਕਾਰ ਜੋ ਪੁੱਤਰ ਆਨੰਦ ਪੈਦਾ ਹੋਇਆ ਸੀ ਬਾਬਾ ਮੋਹਰੀ ਜੀ ਦੇ ਘਰ, ਤਾਂ ਉਸ ਸਮੇਂ ਸੰਗਤਾਂ ਨੇ ਬੜੀਆਂ ਵਧਾਈਆਂ ਸਤਿਗੁਰਾਂ ਨੂੰ ਦਿੱਤੀਆਂ ਕਿ ਸਤਿਗੁਰੂ ਬੜਾ ਆਨੰਦ ਹੋ ਗਿਆ, ਬੜੀ ਖੁਸ਼ੀ ਹੋਈ ਹੈ ਜੋ ਪੁੱਤਰ ਪੈਦਾ ਹੋਇਆ ਹੈ ਆਪਣੇ ਗ੍ਰਹਿ ਵਿਖੇ। ਤਾਂ ਉਸ ਸਮੇਂ ਫਿਰ ਸਤਿਗੁਰਾਂ ਨੇ ਇਹ ਪਵਿੱਤਰ ਗੁਰਬਾਣੀ ਦੇ ਨਾਲ ਸੰਗਤਾਂ ਨੂੰ ਇਹ ਉਪਦੇਸ਼ ਦਿੱਤਾ ਕਿ ਜੋ ਅਸਲੀ ਆਨੰਦ ਹੈ ਉਹ ਤਾਂ ਸਤਿਗੁਰਾਂ ਦੀ ਪ੍ਰਾਪਤੀ ਨਾਲ ਹੀ ਹੈ, ਉਹ ਤਾਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਨਾਲ ਹੀ ਹੈ ਜੋ ਅਸਲੀ ਆਨੰਦ ਮਨੁੱਖ ਨੂੰ ਹੁੰਦਾ ਹੈ। ਇਸ ਪ੍ਰਕਾਰ ਨਾਲ ਇਹ ਜੋ ਗੁਰਬਾਣੀ ਦਾ ਉਚਾਰਨ ਕਰਨਾ ਕੀਤਾ ਸਤਿਗੁਰਾਂ ਨੇ। ਜੋ ਰਾਮਕਲੀ ਮਹੱਲਾ ਤੀਜਾ, ਰਾਮਕਲੀ ਰਾਗ ਦੇ ਅੰਦਰ ਜੋ ਮਹੱਲਾ ਤੀਜਾ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਇਹ ਪਵਿੱਤਰ ਗੁਰਬਾਣੀ ਆਨੰਦ ਗੁਰਬਾਣੀ ਦਾ ਸਿਰਲੇਖ। ਆਨੰਦ ਤੋਂ ਭਾਵ ਅਨੰਦ ਤੋਂ ਭਾਵ ਰਹਿਤ ਅਤੇ ਦੋ ਭਾਵ ਦਵੈਤ। ਜਿਸ ਗੁਰਬਾਣੀ ਦੇ ਪੜ੍ਹਨ ਨਾਲ ਜੋ ਦਵੈਤ ਤੋਂ ਰਹਿਤ ਦੀ ਅਵਸਥਾ ਪ੍ਰਾਪਤ ਹੋ ਜਾਂਦੀ ਹੈ, ਮਨੁੱਖ ਦਵੈਤ ਤੋਂ ਰਹਿਤ ਹੋ ਕਰਕੇ ਉਸ ਇੱਕ ਪਰਮੇਸ਼ਰ ਦੇ ਨਾਲ ਏਕਤਾ ਪ੍ਰਾਪਤ ਕਰ ਲੈਂਦਾ ਹੈ। ਐਸਾ ਜੋ ਇਹ ਆਨੰਦ ਸਾਹਿਬ ਬਾਣੀ ਦਾ ਪ੍ਰਤਾਪ ਹੈ, ਜੋ ਬਾਣੀ ਪੜ੍ਹ ਕੇ ਜੋ ਦਵੈਤ ਤੋਂ ਰਹਿਤ ਹੋ ਜਾਂਦਾ ਹੈ ਮਨੁੱਖ, ਅਥਵਾ ਜੋ ਆਨੰਦ ਸਰੂਪ ਪਰਮੇਸ਼ਰ ਹੈ, ਉਸ ਦਾ ਕਥਨ ਕਰਦੇ ਹੋਏ ਸਤਿਗੁਰਾਂ ਨੇ ਇਸ ਗੁਰਬਾਣੀ ਦੀ ਬਖਸ਼ਿਸ਼ ਕੀਤੀ ਕਿ ਇਸ ਗੁਰਬਾਣੀ ਨੂੰ ਪੜ੍ਹਨ ਦੇ ਨਾਲ ਜੋ ਆਨੰਦ ਸਰੂਪ ਪਰਮੇਸ਼ਰ ਹੈ ਉਸ ਦੇ ਨਾਲ ਏਕਤਾ ਪ੍ਰਾਪਤ ਹੋਵੇਗੀ, ਦਵੈਤ ਖਤਮ ਹੋ ਜਾਵੇਗਾ। ਜੋ ਦਵੈਤ ਹੈ ਨਾ, ਇੱਕ ਪਰਮੇਸ਼ਰ ਪਰਮ ਆਤਮਾ ਤੇ ਇੱਕ ਆਤਮਾ, ਇਹ ਜੋ ਦਵੈਤ ਖਤਮ ਹੋ ਕਰਕੇ ਇੱਕ ਮਿਕਤਾ ਉਸ ਪਰਮੇਸ਼ਰ ਦੇ ਨਾਲ ਹੋ ਜਾਵੇਗੀ। ਜੋ ਆਨੰਦ ਇੱਕ ਛੰਦ ਦੀ ਚਾਲ ਦਾ ਵੀ ਨਾਮ ਹੈ। ਇਸ ਪ੍ਰਕਾਰ ਅਥਵਾ ਜੋ ਸਾਰੀ ਖੁਸ਼ੀਆਂ ਦੇ ਮੌਕੇ ਤੇ ਇਹ ਗਾਉਣ ਵਾਲੀ ਗੁਰਬਾਣੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਇਸ ਪ੍ਰਕਾਰ ਜੋ ਆਨੰਦ ਇਸ ਗੁਰਬਾਣੀ ਦਾ ਸਿਰਲੇਖ ਹੈ। ਸੋ ਜਿਸ ਸਮੇਂ ਸਤਿਗੁਰਾਂ ਦਾ ਇਹ ਹੁਕਮ ਹੈ ਕਿ ਜੋ ਕੋਈ ਵੀ ਖੁਸ਼ੀ ਦਾ ਸਮਾਂ ਹੋਵੇ, ਹਰ ਖੁਸ਼ੀ ਦੇ ਸਮੇਂ ਤੇ ਇਹ ਆਨੰਦ ਸਾਹਿਬ ਦੀ ਸੰਪੂਰਨ ਬਾਣੀ ਪੜ੍ਹਨੀ ਅਤੇ ਉਸ ਦਾ ਕੀਰਤਨ ਕਰਨਾ। ਜਿਸ ਸਮੇਂ ਬਾਬਾ ਮੋਹਰੀ ਜੀ ਦੇ ਗ੍ਰਹਿ ਵਿਖੇ ਜੋ ਆਨੰਦ ਨਾਮੇ ਸਪੁੱਤਰ ਨੇ ਜਨਮ ਲਿਆ ਸੀ, ਉਸ ਸਮੇਂ ਵੀ ਜੋ ਸਤਿਗੁਰੂ ਅਮਰਦਾਸ ਮਹਾਰਾਜ ਜੀਆਂ ਨੇ ਇਹ ਆਨੰਦ ਸਾਹਿਬ ਦੀਆਂ 40 ਪੌੜੀਆਂ ਉਚਾਰਨ ਕਰਕੇ ਤੇ ਹੁਕਮ ਕੀਤਾ ਕਿ ਇਸ ਦਾ ਕੀਰਤਨ ਕਰੋ। ਤੇ ਭਾਈ ਬਾਲੂ ਜੀ ਨੇ ਫਿਰ ਇਹ ਸੂਰਜ ਪ੍ਰਕਾਸ਼ ਅੰਦਰ ਸਾਖੀ ਆਉਂਦੀ ਹੈ ਕਿ ਭਾਈ ਬਾਲੂ ਜੀ ਨੇ ਫਿਰ ਚੁਬਾਰੇ ਉੱਤੇ ਖੜੇ ਹੋ ਕਰਕੇ ਤੇ ਢੋਲਕੀ ਦੇ ਨਾਲ ਇਹ ਸੰਪੂਰਨ ਗੁਰਬਾਣੀ ਦਾ ਕੀਰਤਨ ਕੀਤਾ ਸੀ। ਇਸੇ ਪ੍ਰਕਾਰ ਨਾਲ ਜਿਸ ਸਮੇਂ 6ਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਪਵਿੱਤਰ ਪ੍ਰਕਾਸ਼ ਹੋਇਆ ਸੀ, ਉਸ ਸਮੇਂ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ ਇਹ ਜੋ ਪਵਿੱਤਰ ਆਨੰਦ ਸਾਹਿਬ ਦੀ ਗੁਰਬਾਣੀ ਦਾ ਕੀਰਤਨ ਉੱਥੇ ਕੀਤਾ ਗਿਆ ਸੀ। ਇਸ ਪ੍ਰਕਾਰ ਨਾਲ ਸਤਿਗੁਰਾਂ ਦਾ ਹੁਕਮ ਹੈ ਕਿ ਹਰ ਖੁਸ਼ੀ ਦੇ ਸਮੇਂ ਤੇ ਇਹ ਆਨੰਦ ਸਾਹਿਬ ਗੁਰਬਾਣੀ ਦਾ
ਕੀਰਤਨ ਅਤੇ ਪਾਠ ਹੋਵੇ। ਇਸ ਪ੍ਰਕਾਰ ਨਾਲ ਸਾਧ ਸੰਗਤ 100 ਸਾਖੀ ਅੰਦਰ ਸਤਿਗੁਰਾਂ ਦਾ ਬਚਨ ਆਉਂਦਾ ਹੈ ਕਿ ਜੋ ਕੜਾਹ ਪ੍ਰਸ਼ਾਦ ਜਿਸ ਸਮੇਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਆ ਜਾਵੇ ਤਾਂ ਉਸ ਸਮੇਂ ਇਹ 40 ਪੌੜੀਆਂ ਆਨੰਦ ਸਾਹਿਬ ਦਾ ਸੰਪੂਰਨ ਪਾਠ ਕਰਕੇ ਫਿਰ ਅਰਦਾਸ ਕੀਤੀ ਜਾਵੇਗੀ ਤਾਂ ਇਸ ਦੇਗ ਜੋ ਹੈ ਸਤਿਗੁਰਾਂ ਨੂੰ ਪ੍ਰਵਾਨ ਹੋਵੇਗੀ, ਅੰਗੀਕਾਰ ਕਰਨਗੇ ਸਤਿਗੁਰੂ। ਇਸ ਪ੍ਰਕਾਰ ਨਾਲ ਜੇਕਰ ਕਿਸੇ ਸਿੱਖ ਦਾ ਕੋਈ ਕਾਰਜ ਅੜਿਆ ਹੋਵੇ, ਕਾਰਜ ਸਿਰੇ ਨਾ ਚੜ੍ਹਦਾ ਹੋਵੇ ਤਾਂ ਇਹ ਫਿਰ ਜੋ ਇਹ 100 ਸਾਖੀ ਅੰਦਰ ਬਚਨ ਹੈ ਕਿ ਉਹ ਸਿੱਖ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਅਤੇ ਇਹ ਜੋ 40 ਪੌੜੀਆਂ ਆਨੰਦ ਸਾਹਿਬ ਦੀਆਂ ਸੰਪੂਰਨ ਇਹ 3 ਵਾਰ ਪਾਠ ਕਰਕੇ ਤੇ ਸਤਿਗੁਰਾਂ ਅੱਗੇ ਜੋ ਅਰਦਾਸ ਬੇਨਤੀ ਕਰੇ ਤਾਂ ਉਸ ਦਾ ਕਾਰਜ ਜੋ ਅੜਿਆ ਹੋਇਆ ਹੈ ਉਹ ਸਫਲ ਹੋ ਜਾਵੇਗਾ। ਇਸ ਪ੍ਰਕਾਰ ਸਤਿਗੁਰਾਂ ਦੇ ਬਚਨ ਹਨ। ਅਤੇ ਇਹ ਜੋ 5ਵੀਂ ਬਾਣੀ ਹੈ ਜੋ ਅੰਮ੍ਰਿਤ ਤਿਆਰ ਕਰਨ ਵੇਲੇ, ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵਾਲੇ ਇਹ ਜੋ ਪੜ੍ਹੀ ਜਾਂਦੀ ਹੈ, ਇਹ 5ਵੀਂ ਬਾਣੀ ਸ਼੍ਰੀ ਆਨੰਦ ਸਾਹਿਬ ਅਤੇ ਸਿੱਖ ਦੇ ਨਿਤਨੇਮ ਦੀ ਵੀ ਇਹ 5ਵੀਂ ਬਾਣੀ ਜੋ ਅੰਮ੍ਰਿਤ ਵੇਲੇ ਪੜ੍ਹੀ ਜਾਂਦੀ ਹੈ। ਇਸ ਪ੍ਰਕਾਰ ਨਾਲ ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਪੜ੍ਹ ਦਿਓ ਜੀ ਆਰੰਭ ਤੋਂ। ਰਾਮ ਕਲੀ ਮਹੱਲਾ ਤੀਜਾ ਆਨੰਦ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਜੋ ਇੱਕ ਅਦਵੈਤ ਸਰੂਪ ਪਰਮੇਸ਼ਰ ਓੰਕਾਰ ਸਰਬ ਦਾ ਪ੍ਰਕਾਸ਼ਕ ਅਤੇ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਬਖਸ਼ਿਸ਼ ਦੁਆਰਾ ਪ੍ਰਾਪਤ ਹੁੰਦਾ ਹੈ। ਆਨੰਦ ਭਇਆ ਮੇਰੀ ਮਾਏ। ਆਨੰਦ ਭਇਆ ਮੇਰੀ ਮਾਏ ਜੋ ਇਹ ਬਾਲਕ ਜਨਮ ਲਿਆ ਸੀ ਉਸਨੇ ਆਨੰਦ ਤੇ ਜੋ ਬਾਬਾ ਮੋਹਰੀ ਜੀ ਦਾ ਸਪੁੱਤਰ ਸੀ ਤਾਂ ਉਸ ਨੇ ਫਿਰ ਜਦੋਂ ਸਤਿਗੁਰਾਂ ਦਾ ਉਪਦੇਸ਼ ਧਾਰਨ ਕਰ ਲਿਆ, ਉਪਦੇਸ਼ ਲੈ ਕਰਕੇ ਸਿੱਖੀ ਪ੍ਰਾਪਤ ਉਸ ਨੂੰ ਹੋਈ, ਫਿਰ ਉਹ ਆਪਣੀ ਮਾਤਾ ਨੂੰ ਸੰਬੋਧਨ ਕਰਕੇ ਕਹਿ ਰਿਹਾ ਕਿ ਆਨੰਦ ਭਇਆ ਮੇਰੀ ਮਾਏ, ਕਿ ਹੇ ਮੇਰੀ ਮਾਤਾ ਮੈਨੂੰ ਆਨੰਦ ਦੀ ਬਖਸ਼ਿਸ਼ ਹੋਈ ਹੈ, ਜੋ ਅਸਲੀ ਆਨੰਦ ਹੈ ਬ੍ਰਹਮ ਦਾ ਉਹ ਪ੍ਰਾਪਤ ਹੋਇਆ ਹੈ। ਸਤਿਗੁਰੂ ਮੈਂ ਪਾਇਆ। ਕਿਉਂਕਿ ਮੈਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀਆਂ ਨੂੰ ਮੈਂ ਪ੍ਰਾਪਤ ਕਰ ਲਿਆ ਹੈ, ਉਹਨਾਂ ਨੂੰ ਮਿਲ ਗਿਆ ਹਾਂ, ਇਸ ਕਰਕੇ ਜੋ ਮੈਨੂੰ ਆਨੰਦ ਪ੍ਰਾਪਤ ਹੋਇਆ ਹੈ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਸਤਿਗੁਰ ਪਾਇਆ ਤਾਂ ਸਹਿਜ ਸੇਤੀ ਕਿ ਮੈਂ ਸਤਿਗੁਰੂ ਨੂੰ ਪ੍ਰਾਪਤ ਕਰ ਲਿਆ, ਇਸ ਦੇ ਨਾਲ ਜੋ ਮੈਂ ਸਹਿਜ ਸੇਤੀ ਹੋ ਗਿਆ ਹਾਂ, ਸਹਿਜ ਦੇ ਜਿਹੜਾ ਸਹਿਜ ਆਨੰਦ ਸਰੂਪ ਸਹਿਜ ਹੈ ਉਹ ਮੈਨੂੰ ਪ੍ਰਾਪਤ ਹੋ ਗਿਆ ਹੈ। ਇਸ ਪ੍ਰਕਾਰ ਸਤਿਗੁਰ ਫਰਮਾਉਂਦੇ ਸਤਿਗੁਰ ਤਾਂ ਪਾਇਆ, ਮੈਂ ਸਤਿਗੁਰਾਂ ਨੂੰ ਕੀ ਪ੍ਰਾਪਤ ਕਰ ਲਿਆ, ਮੈਨੂੰ ਤਾਂ ਸਹਿਜ ਹੀ ਪ੍ਰਾਪਤ ਹੋ ਗਿਆ ਕਿ ਸਤਿਗੁਰਾਂ ਨੂੰ ਮਿਲਣ ਦੇ ਨਾਲ ਜੋ ਇਹ ਸਹਿਜ ਦੀ ਅਵਸਥਾ ਇਹ ਪ੍ਰਾਪਤ ਹੋ ਜਾਂਦੀ ਹੈ। ਫਿਰ ਪੜ੍ਹ ਦਿਓ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਭਇਆ ਮੇਰੀ ਮਾਏ ਜੋ ਸਤਸੰਗੀ ਸਹੇਲੀ ਹੈ ਆਪਣੀ ਸਹੇਲੀ ਨੂੰ ਮਾਏ ਕਰਕੇ ਸੰਬੋਧਨ ਕਰ ਰਹੀ ਹੈ ਕਿ ਹੇ ਮੇਰੀ ਸਤਸੰਗ ਦੀ ਸਹੇਲੀ, ਕਿ ਮੈਨੂੰ ਉਸ ਪਰਮੇਸ਼ਰ ਦੀ ਉਸ ਸਤਿਗੁਰਾਂ ਦੀ ਪ੍ਰਾਪਤੀ ਹੋ ਗਈ ਹੈ ਜਿਸ ਦੇ ਨਾਲ ਮੇਰੇ ਹਿਰਦੇ ਅੰਦਰ ਜੋ ਉਮਾ ਆਨੰਦ ਪੈਦਾ ਹੋਇਆ ਹੈ। ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮੈਂ ਸਤਿਗੁਰਾਂ ਨੂੰ ਪ੍ਰਾਪਤ ਕਰ ਲਿਆ ਹੈ, ਉਹਨਾਂ ਨੂੰ ਪਾ ਲਿਆ ਹੈ ਜਿਸ ਦੇ ਨਾਲ ਮੇਰੇ ਹਿਰਦੇ ਅੰਦਰ ਜੋ ਸਹਿਜ ਸੇਤੀ ਮੇਰੀ ਜਿਹੜੀ ਅਵਸਥਾ ਉਹ ਸਹਿਜ ਹੋ ਗਈ ਹੈ। ਜਿਸ ਪ੍ਰਕਾਰ ਆਪਣੇ ਜੀਵਨ ਦੇ ਅੰਦਰ ਜੋ ਕਾਹਲ ਬਣੀ ਰਹਿੰਦੀ ਹੈ ਨਾ ਹਰ ਸਮੇਂ, ਕਿ ਹਰ ਵਕਤ ਕਾਹਲੀ ਦੇ ਨਾਲ ਹਰੇਕ ਕੰਮ ਕਰਨਾ, ਜੋ ਸਭ ਤੋਂ ਉੱਤਮ ਸ੍ਰੇਸ਼ਟ ਕੰਮ ਜੋ ਗੁਰਬਾਣੀ ਪੜ੍ਹਨੀ ਹੈ, ਨਿਤਨੇਮ ਕਰਨਾ ਹੈ ਸਿੱਖ ਨੇ, ਉਹ ਵੀ ਕਾਹਲੀ ਦੇ ਨਾਲ ਕਿ ਕਦੋਂ ਸੰਪੂਰਨ ਹੋਵੇ, ਕਦੋਂ 5 ਬਾਣੀਆਂ ਖਤਮ ਹੋਣ ਤੇ ਮੈਂ ਆਪਦਾ ਕਾਰਜ ਕਰਾਂ। ਇਸ ਪ੍ਰਕਾਰ ਨਾਲ ਜਿਹੜੀ ਮਨ ਦੇ ਅੰਦਰ ਕਾਹਲ ਹੁੰਦੀ ਹੈ ਨਾ ਕਿ ਕੰਮ ਕਰਦੇ ਕਰਦੇ ਗੁਰਬਾਣੀ ਪੜ੍ਹ ਲੈਣੀ, ਨਿਤਨੇਮ ਕਰ ਲੈਣਾ, ਇਹ ਫਿਰ ਇਹ ਕਦੋਂ ਖਤਮ ਹੋਵੇਗੀ। ਸਤਿਗੁਰੂ ਫਰਮਾ ਰਹੇ ਹਨ ਜਿਸ ਸਮੇਂ ਸਤਿਗੁਰ ਤਾਂ ਪਾਇਆ ਫਿਰ ਸਹਿਜ ਸੇਤੀ। ਸਤਿਗੁਰੂ ਜਿਸ ਸਮੇਂ ਪ੍ਰਾਪਤ ਹੋ ਗਿਆ ਨਾ, ਫਿਰ ਇਹ ਜਿਹੜੀ ਅੰਦਰੋਂ ਕਾਹਲ ਹੈ, ਚਿੱਤ ਕਾਹਲਾ ਪੈਂਦਾ ਰਹਿੰਦਾ ਹਰ ਵੇਲੇ, ਤਾਂ ਉਸ ਫਿਰ ਉਹਨੂੰ ਸਹਿਜ ਸੇਤੀ ਹੋ ਜਾਵੇਗਾ, ਉਸ ਨੂੰ ਸਹਿਜ ਸੁਖ ਦੀ ਪ੍ਰਾਪਤੀ ਹੋ ਜਾਵੇਗੀ। ਸਤਿਗੁਰੂ ਕਹਿੰਦੇ ਇਹ ਸੁਖ ਦੀ ਪ੍ਰਾਪਤੀ ਸਤਿਗੁਰਾਂ ਨੂੰ ਪ੍ਰਾਪਤ ਕਰਨ ਦੇ ਨਾਲ ਹੋ ਗਈ ਹੈ। ਮਨ ਵੱਜੀਆਂ ਵਧਾਈਆਂ। ਅਤੇ ਮੇਰੇ ਮਨ ਨੂੰ ਵਧਾਈਆਂ ਵੱਜੀਆਂ। ਆਨੰਦ ਜੋ ਪ੍ਰਾਪਤੀ ਹੋ ਗਈ ਹੈ ਉਹ ਆਨੰਦ ਦੀਆਂ ਫਿਰ ਵਧਾਈਆਂ, ਖੁਸ਼ੀਆਂ ਵੱਜੀਆਂ, ਵਧਾਈਆਂ ਵੱਜੀਆਂ ਹਨ। ਰਾਗ ਰਤਨ ਪਰਵਾਰ ਭਰੀਆ। ਰਾਗ ਰਤਨ ਪਰਿਵਾਰ ਭਰੀਆ ਇਹ ਜੋ ਗੁਰਬਾਣੀ ਅੰਦਰ ਜਿਸ ਸਮੇਂ ਗੁਰੂ ਅਰਜਨ ਦੇਵ ਮਹਾਰਾਜ ਪਵਿੱਤਰ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲਿਖਵਾ ਰਹੇ ਸਨ, ਉਸ ਸਮੇਂ ਇਹ ਜੋ 84 ਰਾਗ ਸਨ ਇਹ ਸਤਿਗੁਰਾਂ ਪਾਸ ਆਣ ਕਰਕੇ ਬੇਨਤੀ ਕੀਤੀ ਕਿ ਸਾਡੇ ਤੇ ਵੀ ਕਿਰਪਾ ਕਰੋ। ਉਸ ਸਮੇਂ ਫਿਰ ਰਾਗਮਾਲਾ ਬਾਣੀ ਅੰਦਰ ਸਤਿਗੁਰਾਂ ਨੇ ਇਹ ਜੋ 84 ਰਾਗਾਂ ਦਾ ਵਰਣਨ ਕੀਤਾ। ਇਸ ਪ੍ਰਕਾਰ ਜੋ ਰਾਗ ਰਤਨ, ਜਿਹੜੇ ਰਾਗ 6 ਰਾਗ ਅਤੇ ਰਤਨ ਉਹਨਾਂ ਦੇ ਪੁੱਤਰ ਜੋ 40 ਪੁੱਤਰ ਹਨ ਰਾਗਾਂ ਦੇ, ਅਤੇ ਪਰਿਵਾਰ
ਪਰੀਆਂ, ਉਹਨਾਂ ਦਾ ਪਰਿਵਾਰ ਤੇ ਉਹਨਾਂ ਦੀਆਂ ਘਰ ਵਾਲੀਆਂ ਰਾਗਣੀਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਨ ਆਈਆਂ। ਇਹ ਸ਼ਬਦ ਗਾਉਣ ਆਈਆਂ ਹਨ ਸਤਿਗੁਰਾਂ ਦੇ ਸਾਧ ਸੰਗਤ ਦੇ ਅੰਦਰ। ਇਹ ਸ਼ਬਦ ਗਾਉਣ ਵਾਸਤੇ ਇਹ ਸਤਿਗੁਰਾਂ ਦਾ ਰਾਗਾਂ ਦੇ ਨਾਲ ਇਹ ਆਪ ਗਾਇਨ ਕਰ ਰਹੀ ਹਨ, ਸਤਿਗੁਰਾਂ ਦਾ ਸ਼ਬਦ ਗਾਇਨ ਕਰ ਰਹੀਆਂ ਹਨ। ਇਸੇ ਪ੍ਰਕਾਰ ਰਾਗ ਰਤਨ ਪਰਿਵਾਰ ਪਰੀਆ ਸ਼ਬਦ ਗਾਵਨ ਆਈਆਂ। ਜੋ ਰਾਗ ਭਾਵ ਪ੍ਰੇਮ ਤੇ ਰਤਨ ਭਾਵ ਵੈਰਾਗ ਜੋ ਸਤਿਗੁਰਾਂ ਨੂੰ ਪ੍ਰਾਪਤ ਕਰ ਲਿਆ ਨਾ ਹੁਣ ਇਹ ਸਤ ਸੰਗੀ ਸਹੇਲੀ ਨੇ, ਤੇ ਇਸ ਦੇ ਅੰਦਰ ਫਿਰ ਰਾਗ ਜੋ ਪ੍ਰੇਮ ਆ ਗਿਆ, ਪ੍ਰੇਮ ਦੀ ਇਸ ਨੂੰ ਪ੍ਰਾਪਤੀ ਹੋਈ, ਅਤੇ ਰਤਨ ਭਾਵ ਵੈਰਾਗ, ਇਸ ਦੇ ਹਿਰਦੇ ਅੰਦਰ ਵੈਰਾਗ ਆ ਗਿਆ ਸਤਿਗੁਰੂ ਦੀ ਪ੍ਰਾਪਤੀ ਦੇ ਨਾਲ। ਪਰਿਵਾਰ ਜਿਹੜਾ ਸਤ ਸੰਤੋਖ ਦਇਆ ਧਰਮ ਵਿਚਾਰ ਆਦਿਕ ਹੈ, ਇਹ ਵੀ ਗੁਣ ਪਰਿਵਾਰ ਰੂਪ ਇਸ ਦੇ ਹਿਰਦੇ ਅੰਦਰ ਆਣ ਵਸੇ ਹਨ। ਅਤੇ ਪਰੀਆਂ ਜਿਹੜੀਆਂ ਕਰੁਣਾ ਮੈਤਰੀ ਤੇ ਮੁਦਤਾ ਹੈ ਆਦਿਕ, ਇਹ ਵੀ ਗੁਣ ਜਿਹੜੇ ਪਰੀਆਂ ਦੇ ਰੂਪ ਅੰਦਰ ਇਸ ਦੇ ਹਿਰਦੇ ਅੰਦਰ ਆਣ ਵਸੇ ਹਨ। ਕਿਉਂ ਵਸ ਗਏ? ਕਿਉਂਕਿ ਇਸ ਨੇ ਸਤਿਗੁਰਾਂ ਦੀ ਪ੍ਰਾਪਤੀ ਕਰ ਲਈ। ਸ਼ਬਦ ਗਾਵਣੇ ਆਈਆਂ, ਇਹ ਸਾਰੇ ਜਿਹੜੇ ਗੁਣ ਹਨ ਉਸ ਦੇ ਹਿਰਦੇ ਅੰਦਰ ਆ ਕੇ ਤੇ ਸਤਿਗੁਰਾਂ ਦੀ ਉਪਮਾ ਸਤਿਗੁਰਾਂ ਦਾ ਸ਼ਬਦ ਗਾਇਨ ਕਰ ਰਹੇ ਹਨ। ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਕਿ ਉਸ ਪਰਮੇਸ਼ਰ ਦਾ ਹੀ ਸ਼ਬਦ ਗਾਉਣਾ ਚਾਹੀਦਾ ਹੈ, ਉਸ ਪਰਮੇਸ਼ਰ ਦਾ ਹੀ ਗੁਣ ਗਾਇਨ ਕਰਨਾ ਚਾਹੀਦਾ ਹੈ। ਮਨ ਜਿਨੀ ਵਸਾਇਆ, ਜਿਨ੍ਹਾਂ ਨੇ ਮਨ ਵਿੱਚ ਪਰਮੇਸ਼ਰ ਦੇ ਨਾਮ ਨੂੰ ਵਸਾ ਲਿਆ ਫਿਰ ਉਹਨਾਂ ਦੇ ਮਨ ਵਸਦੇ ਹੋ ਗਏ। ਜਿਨ੍ਹਾਂ ਨੇ ਨਹੀਂ ਵਸਾਇਆ ਉਹਨਾਂ ਦੇ ਫਿਰ ਮਨ ਉਜੜੇ ਹੀ ਰਹੇ, ਉਜਾੜਦੀ ਨਹੀਂ ਹੀ ਉਹਨਾਂ ਦੇ ਮਨ ਰਹੇ। ਪਰ ਜਿਨ੍ਹਾਂ ਨੇ ਮਨ ਜਿਨੀ ਵਸਾਇਆ, ਜਿਨ੍ਹਾਂ ਨੇ ਵਸਾ ਲਿਆ, ਉਹਨਾਂ ਦੇ ਫਿਰ ਮਨ ਵਸਦੇ ਹੋ ਗਏ। ਕਹਿ ਨਾਨਕ ਆਨੰਦ ਹੋਆ। ਕਹਿ ਨਾਨਕ, ਸਤਿਗੁਰੂ ਨਾਨਕ ਦੇਵ ਮਹਾਰਾਜ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਸਰੂਪ ਅੰਦਰ ਜੋ ਬਖਸ਼ਿਸ਼ ਕਰ ਰਹੇ ਹਨ, ਆਨੰਦ ਹੋਆ ਕਿ ਸਾਨੂੰ ਆਨੰਦ ਪ੍ਰਾਪਤ ਹੋਇਆ ਹੈ। ਸਤ ਗੁਰੂ ਮੈਂ ਪਾਇਆ, ਕਿ ਅਸੀਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਪ੍ਰਾਪਤ ਕੀਤਾ ਹੈ, ਉਹਨਾਂ ਨਾਲ ਮਿਲੇ ਹਾਂ, ਤੇ ਸਾਡੇ ਹਿਰਦੇ ਅੰਦਰ ਵੀ ਜੋ ਆਨੰਦ ਉਮਾਹ ਉਤਸ਼ਾਹ ਜੋ ਸਾਨੂੰ ਪ੍ਰਾਪਤ ਹੋਇਆ ਹੈ। ਏ ਮਨ ਮੇਰਿਆ, ਇੱਥੇ ਸਤਿਗੁਰੂ ਫਿਰ ਮਨ ਨੂੰ ਸੰਬੋਧਨ ਹੋ ਕਰਕੇ ਬਚਨ ਕਰ ਰਹੇ ਹਨ ਕਿ ਹੇ ਮੇਰੇ ਮਨਾ, ਤੂੰ ਸਦਾ ਰਹੋ ਹਰ ਨਾਲੇ। ਸਦਾ ਹਰ ਵਕਤ ਹਰ ਸਮੇਂ ਰਹੋ ਹਰ ਨਾਲੇ। ਐਸਾ ਜੋ ਪਰਮੇਸ਼ਰ ਤੇਰੇ ਨਾਲ ਹੈ, ਸਦਾ ਅੰਗ ਸੰਗੇ ਜੋ ਤੇਰੇ ਅੰਦਰ ਵਸ ਰਿਹਾ ਹੈ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਜੋ ਪਰਮੇਸ਼ਰ ਹਰ ਇੱਕ ਦੇ ਅੰਦਰ ਹੈ ਉਹ ਤੇਰੇ ਅੰਦਰ ਵੀ ਵਸ ਰਿਹਾ ਹੈ। ਤੂੰ ਸਦਾ ਰਹੋ ਹਰ ਨਾਲੇ, ਤੂੰ ਉਸ ਦੇ ਨਾਲ ਰਹਿਣਾ ਕਰ, ਤੂੰ ਉਸ ਨੂੰ ਚੇਤੇ ਰੱਖ, ਉਸ ਦਾ ਹਮੇਸ਼ਾ ਹੀ ਸਿਮਰਨ ਕਰ। ਤੂੰ ਸਦਾ ਰਹੋ ਹਰ ਨਾਲੇ। ਜਿਸ ਪ੍ਰਕਾਰ ਤੂੰ ਇੰਦਰੀਆਂ ਨੂੰ ਜਾਣਦਾ ਹੈ ਪਰ ਇੰਦਰੀ ਤੈਨੂੰ ਨਹੀਂ ਜਾਣਦੇ, ਇਸੇ ਪ੍ਰਕਾਰ ਜੋ ਪਰਮੇਸ਼ਰ ਹੈ ਉਹ ਤੈਨੂੰ ਜਾਣਦਾ ਹੈ ਪਰ ਤੂੰ ਉਸ ਨੂੰ ਵੇਖ ਨਹੀਂ ਪਾ ਰਿਹਾ, ਉਸ ਨੂੰ ਜਾਣਦਾ ਨਹੀਂ। ਤੂੰ ਇਉਂ ਕਰ, ਤੂੰ ਸਦਾ ਰਹੋ ਹਰ ਨਾਲੇ, ਤੂੰ ਪਰਮੇਸ਼ਰ ਦੇ ਨਾਲ ਰਹਿਣਾ ਕਰ, ਉਹ ਤੇਰੇ ਨਾਲ ਹੀ ਹੈ ਸਦਾ, ਉਸ ਨੂੰ ਚੇਤੇ ਰੱਖ ਹਰ ਵਕਤ। ਹਰ ਨਾਲ ਰਹੋ ਤੂੰ ਮਨ ਮੇਰੇ, ਤੂੰ ਹਰੀ ਪਰਮੇਸ਼ਰ ਦੇ ਨਾਲ, ਉਹਦੇ ਨਾਲ ਹੀ ਰਹਿਣਾ ਕਰ, ਚਿੱਤ ਜੋੜ ਕੇ ਰੱਖ ਹਮੇਸ਼ਾ। ਦੁੱਖ ਸਭ ਵਿਸਾਰਨਾ, ਜਿਸ ਦੇ ਨਾਲ ਫਿਰ ਕੀ ਹੋਵੇਗਾ? ਦੁੱਖ ਸਭ ਵਿਸਾਰਨਾ, ਸਾਰੇ ਦੁੱਖ ਤੇਰੇ ਵਿਸਰ ਜਾਣਗੇ। ਦੁੱਖ ਸਭ, ਤੇ ਸਾਰੇ ਦੁੱਖ ਵੀ ਲੱਗਣਗੇ ਜੇਕਰ ਵਿਸਾਰਨਾ ਕੀਤਾ ਉਸ ਨੂੰ। ਜੇ ਉਸ ਨੂੰ ਵਿਸਾਰ ਦਿੱਤਾ ਤਾਂ ਦੁੱਖ ਸਭ, ਪਰ ਜੇ ਚੇਤੇ ਰੱਖ ਲਿਆ ਉਸ ਨੂੰ, ਸਦਾ ਉਸ ਦੇ ਨਾਲ ਰਿਹਾ, ਤਾਂ ਦੁੱਖ ਸਭ ਵਿਸਾਰਨਾ, ਸਾਰੇ ਦੁੱਖ ਤੇਰੇ ਵਿਸਰ ਜਾਣਗੇ, ਮੁੱਕ ਜਾਣਗੇ। ਇਸ ਪ੍ਰਕਾਰ ਹਰ ਨਾਲ ਰਹੋ ਤੂੰ ਮਨ ਮੇਰੇ, ਐਸੇ ਤੂੰ ਪਰਮੇਸ਼ਰ ਦੇ ਨਾਲ ਰਹਿਣਾ ਕਰ। ਦੁੱਖ ਸਭ ਵਿਸਾਰਨਾ, ਜਿਹੜਾ ਸਾਰੇ ਦੁੱਖਾਂ ਨੂੰ ਵਿਸਾਰਨਹਾਰਾ ਹੈ, ਸਾਰੇ ਦੁੱਖਾਂ ਨੂੰ ਮਿਟਾਉਣ ਵਾਲਾ ਐਸਾ ਪਰਮੇਸ਼ਰ ਹੈ, ਤੂੰ ਉਹਦੇ ਨਾਲ, ਉਸ ਨੂੰ ਹਮੇਸ਼ਾ ਚੇਤੇ ਰੱਖ। ਅੰਗੀਕਾਰ ਉਹ ਕਰੇ ਤੇਰਾ, ਅੰਗੀਕਾਰ, ਉਹ ਤੇਰੀ ਹਰ ਵਕਤ ਰਖਵਾਲੀ ਕਰੇਗਾ ਅਤੇ ਇਸ ਪ੍ਰਕਾਰ ਤੈਨੂੰ ਪ੍ਰਵਾਨ ਕਰ ਲਵੇਗਾ ਉਹ ਪਰਮੇਸ਼ਰ। ਉਹ ਤੇਰਾ ਹਰ ਵਕਤ ਰਖਵਾਲਾ ਅੰਗੀਕਾਰ ਹੋ ਕਰਕੇ ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਉਹ ਪਰਮੇਸ਼ਰ ਤੇਰਾ ਅੰਗੀਕਾਰ ਕਰੇਗਾ। ਕਾਰਜ ਸਭ ਸਵਾਰਨਾ, ਅਤੇ ਤੇਰੇ ਕਾਰਜ ਜਿਹੜੇ ਹਨ ਸੰਸਾਰੀ ਕਾਰਜ, ਸੰਸਾਰ ਦੇ ਅੰਦਰ ਜੋ ਅਰਦਾਸ ਕਰਦੇ ਹਾਂ ਸਤਿਗੁਰਾਂ ਅੱਗੇ ਕਿ ਕੀਤਾ ਲੋੜੀਐ ਕੰਮ, ਸੋ ਹਰ ਪਹਿ ਆਖੀਐ। ਕਾਰਜ ਦੇਹ ਸਵਾਰ ਸਤਿਗੁਰ ਸੱਚ ਸਾਖਿਆ, ਸਤਿਗੁਰ ਬਖਸ਼ਿਸ਼ ਕਰਦੇ ਹਨ। ਕਾਰਜ ਸਭ ਸਵਾਰਨਾ, ਉਹ ਸਾਰੇ ਦੁਨਿਆਵੀ ਕੰਮ ਵੀ ਅਤੇ ਜੋ ਅਧਿਆਤਮਿਕ ਦੇ ਅੰਦਰ ਕੰਮ ਹਨ ਨਾ, ਪਰਮੇਸ਼ਰ ਦੇ ਨਾਲ ਸੁਰਤ ਜੋੜਨੀ, ਨਿਤਨੇਮ ਪੂਰਾ ਕਰਨਾ,
ਅਤੇ ਜੋ ਸਿਮਰਨ ਦੇ ਵਿੱਚ ਸਮਾਂ ਬਤੀਤ ਕਰਨਾ, ਇਹ ਜੋ ਸਾਰੇ ਕਾਰਜ ਹਨ, ਸੁਰਤੀ ਜੁੜਨ ਰੂਪ ਜੋ ਕਾਰਜ ਹੈ, ਇਹ ਸਾਰੇ ਉਹ ਪਰਮੇਸ਼ਰ ਤੇਰੇ ਸੰਪੂਰਨ ਕਰ ਦੇਵੇਗਾ ਅਤੇ ਤੇਰੀ ਰਖਵਾਲੀ ਕਰੇਗਾ। ਤੂੰ ਉਸ ਦੇ ਨਾਲ ਆਪਣਾ ਮਨ ਹਮੇਸ਼ਾ ਜੋੜ ਕੇ ਰੱਖਣਾ ਕਰ। ਸਭਨਾ ਗਲਾ ਸਮਰੱਥ ਸੁਆਮੀ, ਐਸਾ ਜੋ ਪਰਮੇਸ਼ਰ, ਐਸਾ ਅਚਰਜ, ਸਭਨਾ ਗੱਲਾਂ ਸਮਰੱਥ ਸੁਆਮੀ, ਸਾਰੀਆਂ ਚੀਜ਼ਾਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ, ਸਾਰੇ ਕਾਰਜ ਕਰਨ ਦੇ ਸਮਰੱਥ। ਸਤਿਗੁਰੂ, ਕੋਈ ਐਸਾ ਵੀ ਕਾਰਜ ਹੈ ਜੋ ਪਰਮੇਸ਼ਰ ਨਹੀਂ ਕਰ ਸਕਦਾ? ਸਤਿਗੁਰੂ ਕਹਿੰਦੇ ਕਿ ਸਭਨਾ ਗੱਲਾਂ ਸਮਰੱਥ ਸੁਆਮੀ, ਕਿ ਉਹ ਪਰਮੇਸ਼ਰ ਸਾਰੇ ਕਾਰਜ ਕਰਨ ਦੇ ਸਮਰੱਥ ਹੈ, ਸਾਰੇ ਕਾਰਜ ਤੇਰੇ ਪੂਰੇ ਕਰੂਗਾ, ਸਾਰੇ ਤੇਰੇ ਕਾਰਜ ਪੂਰੇ ਕਰਨ ਦੇ ਉਹ ਸਮਰੱਥ ਹੈ। ਸੋ ਕਿਉ ਮਨਹੁ ਵਿਸਾਰੇ, ਫਿਰ ਐਸੇ ਪਰਮੇਸ਼ਰ ਨੂੰ ਕਿਉਂ ਤੂੰ ਆਪਣੇ ਮਨੋਂ ਵਿਸਾਰਦਾ ਹੈ? ਕਿਉਂ ਤੂੰ ਉਸ ਨੂੰ ਚੇਤੇ ਨਹੀਂ ਕਰਦਾ, ਜੋ ਹਰ ਵਕਤ ਤੇਰੇ ਨਾਲ ਹੈ, ਜੋ ਤੇਰੇ ਦੁੱਖ ਸਾਰੇ ਹੀ ਤੇਰੇ ਮਿਟਾ ਦਿੰਦਾ ਹੈ, ਜੋ ਤੇਰਾ ਅੰਗੀਕਾਰ ਕਰ ਰਿਹਾ ਹੈ, ਤੇਰੇ ਕਾਰਜ ਸਭ ਸਵਾਰ ਰਿਹਾ ਹੈ, ਤੇ ਜੋ ਸਾਰੀਆਂ ਗੱਲਾਂ ਦੇ ਸਮਰੱਥ ਹੈ, ਹਰ ਇੱਕ ਕਾਰਜ ਕਰਨ ਦੇ ਸਮਰੱਥ, ਐਸਾ ਉਹ ਪਰਮੇਸ਼ਰ ਹੈ। ਸੋ ਕਿਉਂ ਮਨੋਂ ਵਿਸਾਰੇ ਭਾਈ, ਤੂੰ ਉਹ ਕਿਉਂ ਮਨੋਂ ਵਿਸਾਰਿਆ ਹੈ, ਉਸ ਨੂੰ ਚੇਤੇ ਰੱਖ। ਕਹੈ ਨਾਨਕ ਮਨ ਮੇਰੇ, ਸਤਿਗੁਰੂ ਅਮਰਦਾਸ ਮਹਾਰਾਜ ਫਰਮਾ ਰਹੇ ਹਨ ਕਿ ਹੇ ਮੇਰੇ ਮਨ, ਸਦਾ ਰਹੋ ਹਰ ਨਾਲੇ, ਸਦਾ ਰਹੋ ਹਰ ਨਾਲੇ, ਕਿ ਐਸਾ ਜੋ ਪਰਮੇਸ਼ਰ ਅਚਰਜ ਹੈ, ਐਸੀਆਂ ਬਖਸ਼ਿਸ਼ ਕਰਨ ਵਾਲਾ, ਤੇ ਉਸ ਦੇ ਨਾਲ ਸਦਾ ਰਹਿਣਾ ਕਰ। ਸਾਚੇ ਸਾਹਿਬਾ, ਹੇ ਸੱਚੇ ਸਾਹਿਬ, ਇੱਥੇ ਸਤਿਗੁਰੂ ਪਰਮਾਤਮਾ ਦੇ ਸਨਮੁਖ ਇਹ ਬਚਨ ਉਚਾਰ ਰਹੇ ਹਨ, ਹੇ ਸਾਚੇ ਸਾਹਿਬਾ, ਕਿ ਹੇ ਮੇਰੇ ਸੱਚੇ ਸਦਾ ਥਿਰ ਰਹਿਣ ਵਾਲੇ ਸਾਹਿਬਾ, ਮੇਰੇ ਮਾਲਕ ਪਰਮੇਸ਼ਰ, ਕਿਆ ਨਹੀਂ ਘਰ ਤੇਰੇ, ਕਿਆ ਨਹੀਂ ਘਰ ਤੇਰਾ, ਕਿ ਪਰਮੇਸ਼ਰ ਤੇਰੇ ਘਰ ਦੇ ਅੰਦਰ ਸਭ ਕੁਝ ਹੈ, ਕੀ ਹੈ ਨਹੀਂ, ਕਿ ਹੈ ਕਿ ਨਹੀਂ ਤੇਰੇ ਘਰ ਦੇ ਅੰਦਰ, ਭਾਵ ਸਾਰਾ ਹੀ ਦਾਤਾ, ਸਾਰੇ ਪਦਾਰਥ ਹੈ ਪਰਮੇਸ਼ਰ ਤੇਰੇ ਘਰ ਦੇ ਅੰਦਰ ਹਨ। ਇਹ ਜੋ ਸਤ ਸੰਗਤ ਰੂਪ ਘਰ ਹੈ ਨਾ, ਇੱਥੇ ਸਤਿਗੁਰਾਂ ਦੀ ਬਖਸ਼ਿਸ਼ ਹੈ, ਸਾਰੇ ਹੀ ਜੋ ਪਦਾਰਥ ਇਹ ਸਤਿਗੁਰੂ ਤੁਹਾਡੀ ਸੰਗਤ ਦੇ ਅੰਦਰ ਹਨ। ਘਰ ਤਾਂ ਤੇਰਾ ਸਭ ਕਿਛ ਹੈ, ਇਹ ਜੋ ਸਤ ਸੰਗਤ ਰੂਪ ਘਰ ਹੈ, ਜਿੱਥੇ ਆਣ ਕਰਕੇ ਆਪਾਂ ਸੰਗਤ ਕਰਨੀ ਹੈ ਸਤਿਗੁਰਾਂ ਦੀ, ਇੱਥੇ ਸਭ ਕੁਝ ਹੈ, ਸਾਰੀਆਂ ਦਾਤਾਂ ਇੱਥੇ ਸਤਿਗੁਰਾਂ ਦੀਆਂ ਹਨ। ਤੇ ਇਹ ਇਸ ਪ੍ਰਕਾਰ ਨਾਲ ਸਤਿਗੁਰ ਬਖਸ਼ਿਸ਼ ਕਰ ਰਹੇ ਹਨ। ਜਿਸ ਦੇਹ ਸੋ ਪਾਵੇ, ਜਿਸ ਦੇਹ ਸੋ ਪਾਵੇ, ਪਰਮੇਸ਼ਰ ਜਿਨ੍ਹਾਂ ਨੂੰ ਤੁਸੀਂ ਦਿੰਦੇ ਹੋ, ਅਤੇ ਹੇ ਸਤਿਗੁਰੂ ਜਿਨ੍ਹਾਂ ਨੂੰ ਤੁਸੀਂ ਇਹ ਸਤ ਸੰਗਤ ਦੀ ਦਾਤ ਬਖਸ਼ ਦਿੰਦੇ ਹੋ ਨਾ, ਉਹ ਫਿਰ ਉਹ ਦਾਤਾਂ ਜਿਹੜੀਆਂ ਸਤ ਸੰਗਤ ਦੇ ਅੰਦਰ ਪਈਆਂ ਹਨ, ਉਹ ਫਿਰ ਉਹ ਜੀਵ ਪ੍ਰਾਪਤ ਕਰ ਲੈਂਦੇ ਹਨ। ਇਸੇ ਪ੍ਰਕਾਰ ਫੇਰ ਪਰ ਦਿਓ, ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹ ਸੋ ਪਾਵੇ, ਘਰ ਤਾਂ ਤੇਰਾ ਸਭ ਕੁਛ ਹੈ, ਕਿ ਜਿਹੜਾ ਹੇ ਪਰਮੇਸ਼ਰ ਜੋ ਤੁਹਾਡਾ ਨਾਮ ਰੂਪ ਸੱਚਖੰਡ ਰੂਪ ਘਰ ਹੈ ਨਾ, ਉਸ ਦੇ ਅੰਦਰ ਸਾਰੀਆਂ ਹੀ ਪਦਾਰਥਾਂ ਹਨ, ਸਾਰੇ ਪਦਾਰਥ ਹਨ, ਜਿਸ ਦੇਹ ਸੋ ਪਾਵੇ, ਤੇ ਜਿਨ੍ਹਾਂ ਨੂੰ ਤੁਸੀਂ ਫਿਰ ਇਹ ਨਾਮ ਦਾ ਪਦਾਰਥ ਬਖਸ਼ਿਸ਼ ਕਰ ਦਿੰਦੇ ਹੋ ਨਾ, ਫਿਰ ਉਹ ਸਾਰੀਆਂ ਵਸਤੂਆਂ ਹੀ ਪ੍ਰਾਪਤ ਕਰ ਲੈਂਦੇ ਹਨ। ਘਰ ਤਾਂ ਭਾਵ ਕਿ ਜੋ ਸਾਰੀਆਂ ਰਿੱਧੀਆਂ ਸਿੱਧੀਆਂ, ਸਾਰੀਆਂ ਸ਼ਕਤੀਆਂ, ਸਾਰੀਆਂ ਦਾਤਾਂ ਸਤਿਗੁਰਾਂ ਪਾਸ ਹਨ, ਉਹ ਫਿਰ ਸਤਿਗੁਰੂ ਇਹ ਬਖਸ਼ਿਸ਼ ਕਰ ਦਿੰਦੇ ਹਨ। ਜਿਸ ਦੇਹ ਜਿਹਨੂੰ ਫਿਰ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਉਹੀ ਪ੍ਰਾਪਤ ਕਰ ਸਕਦੇ ਹਨ, ਹੋਰ ਕੋਈ ਵੀ ਉਸ ਨੂੰ ਪ੍ਰਾਪਤ ਨਹੀਂ ਕਰ ਸਕਦਾ। ਇਸੇ ਪ੍ਰਕਾਰ ਜਿਨ੍ਹਾਂ ਨੂੰ ਸਤਿਗੁਰਾਂ ਨੇ, ਪਰਮੇਸ਼ਰ ਨੇ ਇਹ ਜੋ ਸਤ ਸੰਗਤ ਪ੍ਰਾਪਤ ਬਖਸ਼ਿਸ਼ ਕਰ ਦਿੱਤੀ, ਜਿਨ੍ਹਾਂ ਨੂੰ ਆਪਣਾ ਜੋ ਨਾਮ ਪ੍ਰਾਪਤ ਕਰ ਦਿੱਤਾ, ਅਤੇ ਜਿਸ ਨੂੰ ਪਰਮੇਸ਼ਰ ਨੇ ਦਾਤਾਂ ਬਖਸ਼ਿਸ਼ ਕਰ ਦਿੱਤੀਆਂ, ਸੋ ਪਾਵੇ, ਉਹੀ ਫਿਰ ਇਹਨਾਂ ਨੂੰ ਦਾਤਾਂ ਨੂੰ, ਸਤਿਗੁਰਾਂ ਦੀਆਂ ਸ੍ਰੇਸ਼ਟ ਦਾਤਾਂ ਨੂੰ ਉਹ ਪ੍ਰਾਪਤ ਕਰ ਸਕਦਾ ਹੈ। ਸਦਾ ਸਿਫਤ ਸਲਾਹ ਤੇਰੀ, ਜਿਹੜੀ ਸਦਾ ਸਿਫਤ ਸਲਾਹ ਕਰਨੀ ਹੈ, ਸਿਫਤ ਭਾਵ ਜੋ ਇਕੱਲੇ ਬੈਠ ਕੇ ਸਤਿਗੁਰਾਂ ਦੀ ਭਗਤੀ ਕਰਨੀ ਹੈ, ਅਤੇ ਸਲਾਹ ਜੋ ਸਤ ਸੰਗਤ ਦੇ ਵਿੱਚ ਆਣ ਕਰਕੇ ਜੋ ਸਿਫਤ ਸਲਾਹ ਪਰਮੇਸ਼ਰ ਦੇ ਗੁਣ ਗਾਇਨ ਕਰਨੇ ਹਨ। ਨਾਮ ਮਨ ਵਸਾਵੇ, ਫਿਰ ਇਹਦੇ ਨਾਲ ਕੀ ਹੋਵੇਗਾ? ਨਾਮ ਮਨ ਵਸਾਵੇ, ਕਿ ਇਹ ਸਿਫਤ ਸਲਾਹ ਇਕੱਲੇ ਬਹਿ ਕੇ ਅਤੇ ਸਤ ਸੰਗਤ ਦੇ ਵਿੱਚ ਆਣ ਕਰਕੇ ਸਿਫਤ ਸਲਾਹ, ਗੁਰਬਾਣੀ ਪੜ੍ਹਨ ਅਤੇ ਸਤਿਗੁਰਾਂ ਦੀ ਉਸਤਤੀ ਕਰਨ, ਕਥਾ ਕਰਨ, ਕਥਾ ਸੁਣਨ ਦੇ ਨਾਲ ਕੀ ਹੋਵੇਗਾ? ਨਾਮ ਮਨ ਵਸਾਵੇ, ਜਿਹੜਾ ਉਸ ਪਰਮੇਸ਼ਰ ਦਾ ਨਾਮ ਹੈ ਨਾ, ਜਿਸ ਪ੍ਰਕਾਰ ਨਾਲ ਸਤਿਗੁਰਾਂ ਨੇ ਪਹਿਲਾਂ ਵੀ ਇਹ ਬੇਨਤੀ ਕੀਤੀ ਨਾ ਪਰਮੇਸ਼ਰ ਅੱਗੇ, ਕਿ ਮੇਰੇ ਨਾਮ ਅੰਦਰ ਪ੍ਰਕਾਸ਼, ਵੀ ਮੇਰੇ ਹਿਰਦੇ ਅੰਦਰ ਉਸ ਨਾਮ ਦਾ ਪ੍ਰਕਾਸ਼ ਕਰੋ, ਚਾਨਣ ਕਰੋ। ਉਹ ਕਿਸ ਤਰੀਕੇ ਨਾਲ ਹੋਵੇਗਾ? ਸਤ ਸੰਗਤ ਦੇ ਵਿੱਚ ਆਣ ਕਰਕੇ ਅਤੇ ਇਕੱਲੇ ਬੈਠ ਕਰਕੇ ਇਸੇ ਪ੍ਰਕਾਰ ਸਿਮਰਨ ਕਰਨ ਦੇ ਨਾਲ, ਉਸ ਸਤਿਗੁਰਾਂ ਪਰਮੇਸ਼ਰ ਦਾ ਗੁਣ ਗਾਇਨ ਕਰਨ ਦੇ ਨਾਲ ਫਿਰ ਨਾਮ ਜੋ ਹੈ ਮਨ ਵਿੱਚ ਵਸ ਜਾਵੇਗਾ। ਅਤੇ ਇਸ ਪ੍ਰਕਾਰ ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਵਸਿਆ ਹੋਇਆ ਹੈ, ਉਹ ਫਿਰ ਸਦਾ ਹੀ ਸਤਿਗੁਰਾਂ ਦੀ ਸਿਫਤ
ਸਲਾਹ ਕਰਦੇ ਰਹਿੰਦੇ ਹਨ। ਨਾਮ ਜਿਨ ਕੈ ਮਨ ਵਸਿਆ। ਅਤੇ ਜਿਨ੍ਹਾਂ ਦੇ ਹਿਰਦੇ ਅੰਦਰ ਫਿਰ ਇਸ ਸਤ ਸੰਗਤ ਕਰਨ ਦੇ ਨਾਲ ਅਤੇ ਸਤਿਗੁਰਾਂ ਦੇ ਗੁਣ ਗਾਇਣ ਸਿਫਤ ਸਲਾਹ ਕਰਨ ਦੇ ਨਾਲ ਜਿਨ੍ਹਾਂ ਦੇ ਹਿਰਦੇ ਅੰਦਰ ਫਿਰ ਇਹ ਨਾਮ ਵਸ ਗਿਆ, ਵਾਜੈ ਸ਼ਬਦ ਕਨੇਰੇ। ਉਹਨਾਂ ਦੇ ਹਿਰਦੇ ਅੰਦਰ ਜੋ ਵਾਜੇ ਹਨ ਨਾ, ਖੁਸ਼ੀਆਂ ਦੇ ਵਾਜੇ, ਉਹ ਵੱਜਣ ਲੱਗ ਪੈਂਦੇ ਹਨ। ਘਨੇਰੇ ਬਹੁਤੇ ਹੀ ਬਥੇਰੇ ਹੀ ਉਹ ਜੋ ਵਾਜੇ ਹਨ ਖੁਸ਼ੀਆਂ ਦੇ, ਫਿਰ ਉਹਨਾਂ ਦੇ ਹਿਰਦੇ ਅੰਦਰ ਵੱਜਣ ਲੱਗ ਪੈਂਦੇ ਹਨ। ਇਸ ਪ੍ਰਕਾਰ ਸਤ ਸੰਤੋਖ ਵੱਜਿਆ ਹੈ ਵਾਜੇ। ਇਹ ਜੋ ਸਤ ਸੰਤੋਖ ਰੂਪੀ ਜਿਹੜੇ ਗੁਣ ਹਨ ਉਹ ਉਹਨਾਂ ਦੇ ਹਿਰਦੇ ਅੰਦਰ ਆਣ ਕਰਕੇ ਜੋ ਉਹ ਸੁੱਖ ਦਿੰਦੇ ਹਨ, ਉਹ ਇਹ ਖੁਸ਼ੀਆਂ ਇਸ ਪ੍ਰਕਾਰ ਨਾਲ ਉਹਨਾਂ ਨੂੰ ਪ੍ਰਾਪਤ ਹੋ ਜਾਂਦੀਆਂ ਹਨ। ਕਹੈ ਨਾਨਕ ਸੱਚੇ ਸਾਹਿਬ। ਸਤਿਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ ਕਿ ਹੇ ਮੇਰੇ ਸੱਚੇ ਮਾਲਕ ਸਾਹਿਬ, ਕਿਆ ਨਹੀਂ ਘਰ ਤੇਰੇ। ਕਿਆ ਨਹੀਂ, ਕੀ ਨਹੀਂ ਪਰਮੇਸ਼ਰ ਤੁਹਾਡੇ ਦਰ ਦੇ ਅੰਦਰ। ਹੇ ਸਤਿਗੁਰੂ ਤੁਹਾਡੇ ਦਰ ਤੇ ਕੀ ਨਹੀਂ ਹੈ, ਸਾਰੀਆਂ ਦਾਤਾਂ ਹੀ ਤੁਹਾਡੇ ਪਾਸ ਹਨ। ਸਾਚਾ ਨਾਮ ਮੇਰਾ ਆਧਾਰੋ। ਸਾਚਾ ਨਾਮ ਮੇਰਾ ਆਧਾਰੋ। ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਸੱਚਾ ਨਾਮ ਹੈ ਨਾ, ਹੇ ਪਰਮੇਸ਼ਰ ਤੁਹਾਡਾ ਮੇਰਾ ਆਧਾਰੋ। ਇਹ ਮੇਰਾ ਸਾਡੇ ਜੋ ਜੀਵਾਂ ਦਾ ਇਹ ਲੋਕ ਪਰਲੋਕ ਦੇ ਅੰਦਰ ਰੱਖਿਅਕ ਸਹਾਰਾ ਆਧਾਰ ਹੈ, ਇਹੀ ਸਾਡਾ ਆਸਰਾ ਹੈ। ਸਾਚ ਨਾਮ ਆਧਾਰ ਮੇਰਾ। ਸੱਚਾ ਨਾਮ ਹੀ ਸਾਡਾ ਆਸਰਾ ਹੈ। ਸਤਿਗੁਰੂ ਫਰਮਾ ਰਹੇ ਹਨ ਜਿਨ ਭੁੱਖਾਂ ਸਭ ਗਵਾਈਆਂ। ਐਸਾ ਜੋ ਪਰਮੇਸ਼ਰ ਦਾ ਨਾਮ ਜਿਹਨੇ ਭੁੱਖਾਂ ਸਭ ਗਵਾਈਆਂ, ਸਾਰੀਆਂ ਭੁੱਖਾਂ ਜਿਹੜੀਆਂ ਹਨ ਜੀਵ ਦੇ ਅੰਦਰ ਇਹ ਖਤਮ ਕਰਨਾ ਗਵਾ ਦਿੱਤੀਆਂ ਹਨ, ਖਤਮ ਕਰ ਦਿੱਤੀਆਂ ਹਨ। ਕਿਉਂਕਿ ਸਾਧ ਸੰਗਤ ਇਹ ਜਿਹੜੀਆਂ ਭੁੱਖ ਹਨ ਆਪਣੇ ਹਿਰਦੇ ਅੰਦਰ ਮਨ ਦੇ ਅੰਦਰ ਜਿਹੜੀ ਭੁੱਖ ਆ ਪਦਾਰਥਾਂ ਨੂੰ ਪ੍ਰਾਪਤ ਕਰਨ ਦੀ, ਇਹੀ ਫਿਰ ਦੁੱਖ ਦਿੰਦੀ ਆ ਤੇ ਇਹੀ ਫਿਰ ਪਰਮੇਸ਼ਰ ਨਾਲੋਂ ਵਿਛੋੜਦੀ ਹੈ। ਜਿਸ ਪ੍ਰਕਾਰ ਦੇ ਨਾਲ ਸਿਕੰਦਰ ਬਾਦਸ਼ਾਹ ਦੁਨੀਆ ਨੂੰ ਜਿੱਤਦਾ ਹੋਇਆ ਹਿੰਦੁਸਤਾਨ ਦੇ ਅੰਦਰ ਵਿਚਰ ਰਿਹਾ ਸੀ ਤਾਂ ਉਸ ਦੀ ਨਿਗਾਹ ਇੱਕ ਫਕੀਰ ਤੇ ਪਈ। ਫਕੀਰ ਜੋ ਉਹ ਠੰਡ ਦਾ ਸਮਾਂ ਅਤੇ ਧੁੱਪ ਨਿਕਲੀ ਤੇ ਉਹ ਧੁੱਪ ਸੇਕ ਰਿਹਾ, ਉੱਥੇ ਬੈਠਾ ਰੱਬ ਦੇ ਰੰਗ ਵਿੱਚ ਬੈਠਾ। ਤੇ ਇਹ ਸਿਕੰਦਰ ਬਾਦਸ਼ਾਹ ਦੇ ਮਨ ਨੂੰ ਬੜਾ ਪ੍ਰਸੰਨ ਹੋਇਆ ਉਹ ਸਿਕੰਦਰ ਬਾਦਸ਼ਾਹ ਉਸ ਫਕੀਰ ਨੂੰ ਦੇਖ ਕਰਕੇ। ਤੇ ਫਕੀਰ ਨੂੰ ਕਹਿਣ ਲੱਗਾ ਕਿ ਮੈਂ ਸਿਕੰਦਰ ਬਾਦਸ਼ਾਹ ਦੁਨੀਆ ਦਾ ਬਾਦਸ਼ਾਹ, ਮੈਂ ਤੇਰੇ ਤੇ ਪ੍ਰਸੰਨ ਹੋਇਆ ਹਾਂ, ਤੂੰ ਮੰਗ, ਜੋ ਵੀ ਮੰਗੇਗਾ ਮੈਂ ਤੈਨੂੰ ਦੇਵਾਂਗਾ। ਇਸ ਪ੍ਰਕਾਰ ਨਾਲ ਉਹ ਫਕੀਰ ਨਾ ਬੋਲਿਆ। ਜੋ ਤੀਜੀ ਵਾਰੀ, ਦੂਜੀ ਵਾਰੀ, ਫਿਰ ਤੀਜੀ ਵਾਰੀ ਉਸਨੇ ਪੁੱਛਿਆ ਕਿ ਮੰਗ ਕੀ ਮੰਗਦਾ ਹੈ, ਦੁਨੀਆ ਦਾ ਬਾਦਸ਼ਾਹ ਤੇਰੇ ਅੱਗੇ ਖੜਾ ਹੈ। ਤਾਂ ਫਕੀਰ ਕਹਿਣ ਲੱਗਾ ਰੱਬ ਦੇ ਰੰਗ ਵਿੱਚ ਕਿ ਪਾਸੇ ਹੋ ਜਾ, ਧੁੱਪ ਆ ਲੈਣ ਦੇ, ਧੁੱਪ ਸੇਕ ਲੈਣ ਦੇ ਮੈਨੂੰ। ਤੇ ਇਹ ਬਚਨ ਜੇ ਸਮੇਂ ਸਿਕੰਦਰ ਨੇ ਸੁਣਿਆ ਤਾਂ ਉਹ ਇਹ ਉਸ ਤੋਂ ਪੁੱਛਣ ਲੱਗਿਆ ਕਿ ਕੀ ਕਾਰਨ ਕਿ ਮੈਂ ਤੇਰੇ ਕੋਲ ਦੁਨੀਆ ਦਾ ਬਾਦਸ਼ਾਹ ਖੜਾ, ਤੂੰ ਕੁਛ ਵੀ ਮੰਗ ਸਕਦਾ ਸੀ, ਜੋ ਰਾਜ ਕਿਸੇ ਵੀ ਸ਼ਹਿਰ ਦਾ ਕਿ ਤੂੰ ਮੰਗ ਸਕਦਾ ਸੀ, ਕੋਈ ਵੀ ਦਾਤ ਮੰਗ ਸਕਦਾ ਸੀ, ਤੂੰ ਨਹੀਂ ਮੰਗੀ, ਇਹਦਾ ਕੀ ਕਾਰਨ। ਫਕੀਰ ਪੁੱਛਣ ਲੱਗਾ ਸਿਕੰਦਰ ਬਾਦਸ਼ਾਹ ਨੂੰ ਕਿ ਤੂੰ ਕਿੱਥੋਂ ਆਇਆ ਹੈ। ਬਾਦਸ਼ਾਹ ਕਹਿੰਦਾ ਕਿ ਮੈਂ ਫਲਾਣੇ ਦੇਸ਼ ਨੂੰ ਜਿੱਤ ਕਰਕੇ ਆਇਆ ਹਾਂ, ਇੱਧਰ ਨੂੰ ਆਇਆ ਹੁਣ। ਤੇ ਫਕੀਰ ਸਾਈਂ ਪੁੱਛਣ ਲੱਗਾ ਵੀ ਗਾਂ ਅੱਗੇ ਕਿੱਥੇ ਚੱਲਿਆ। ਤੇ ਉਹ ਜੋ ਸਿਕੰਦਰ ਬਾਦਸ਼ਾਹ ਕਹਿਣ ਲੱਗਾ ਕਿ ਹੁਣ ਮੈਂ ਅੱਗੇ ਫਲਾਣੇ ਦੇਸ਼ ਨੂੰ ਜਿੱਤਣ ਚੱਲਿਆ ਹਾਂ, ਉਹ ਉਸ ਤੇ ਜਿੱਤ ਪ੍ਰਾਪਤ ਕਰਨੀ ਹੈ। ਤੇ ਫਕੀਰ ਨੇ ਪੁੱਛਿਆ ਵੀ ਜਿੱਤ ਪ੍ਰਾਪਤ ਕਰ ਲਈ ਜੇਕਰ ਤੂੰ, ਉਦੋਂ ਬਾਅਦ ਫਿਰ ਕਿੱਥੇ ਜਾਵੇਂਗਾ। ਸਿਕੰਦਰ ਬਾਦਸ਼ਾਹ ਕਹਿਣ ਲੱਗਾ ਕਿ ਫਿਰ ਉਦੋਂ ਬਾਅਦ ਫਲਾਣੇ ਅਗਲੇ ਦੇਸ਼ ਵੱਲ ਨੂੰ ਮੈਂ ਉਸ ਨੂੰ ਜਿੱਤਣ ਚਲਾ ਜਾਊਂਗਾ। ਫਕੀਰ ਕਹਿਣ ਲੱਗਾ ਇਤਨਾ ਤੂੰ ਭੁੱਖਾ ਹੈ, ਇੰਨੀ ਤੇਰੇ ਅੰਦਰ ਭੁੱਖ, ਤੇ ਤੂੰ ਮੈਨੂੰ ਕਹਿ ਰਿਹਾ ਹੈ ਕਿ ਕੀ ਮੰਗ ਜੋ ਮੰਗਦਾ ਹੈ। ਅਸੀਂ ਭੁੱਖਿਆਂ ਤੋਂ ਕੀ ਮੰਗੀਏ, ਅਸੀਂ ਤਾਂ ਪਰਮੇਸ਼ਰ ਦੇ ਨਾਮ ਨਾਲ ਰੱਜੇ ਹੋਏ ਹਾਂ, ਭੁੱਖਿਆਂ ਤੋਂ ਅਸੀਂ ਨਹੀਂ ਕੁਝ ਮੰਗ ਸਕਦੇ। ਇਸ ਪ੍ਰਕਾਰ ਨਾਲ ਸਾਧ ਸੰਗਤ ਜਿਹੜੀ ਭੁੱਖ ਹੈ ਨਾ ਜੀਵ ਦੇ ਅੰਦਰ, ਉਹ ਸਾਰੀ ਜ਼ਿੰਦਗੀ ਇਸ ਨੂੰ ਭਰਮਾਉਂਦੀ ਰਹਿੰਦੀ ਹੈ ਕਿ ਮੈਂ ਫਲਾਣੀ ਚੀਜ਼ ਵੀ ਇਕੱਠੀ ਕਰ ਲਵਾਂ, ਉਹ ਵੀ ਲੈ ਲਵਾਂ। ਤੇ ਸਤਿਗੁਰਾਂ ਨੇ ਇੱਥੇ ਭੁੱਖਾਂ ਸਭ ਗਵਾਈਆਂ ਕਿ ਜਿਹੜੀਆਂ ਸਾਰੀਆਂ ਭੁੱਖਾਂ ਹਨ ਨਾ ਜੀਵ ਦੇ ਅੰਦਰ, ਉਹ ਪਰਮੇਸ਼ਰ ਦੇ ਨਾਮ ਨਾਲ ਨਾਮ ਦੀ ਪ੍ਰਾਪਤੀ ਹੋ ਗਈ। ਤੇ ਉਸ ਦੇ ਨਾਲ ਫਿਰ ਇਹਦੀਆਂ ਭੁੱਖਾਂ ਸਾਰੀਆਂ ਜਿਹੜੀਆਂ ਤ੍ਰਿਸ਼ਨਾ ਦੀਆਂ ਭੁੱਖਾਂ ਮਾਇਆ ਹੈ ਨਾ, ਉਹ ਫਿਰ ਇਹਦੀਆਂ ਸਾਰੀਆਂ ਖਤਮ ਹੋ ਜਾਣਗੀਆਂ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਜਿਹੜਾ ਸੱਚਾ ਨਾਮ ਆਧਾਰ ਆਸਰਾ ਹੈ ਨਾ ਜੀਵਾਂ ਦਾ, ਇਸ ਦੇ ਨਾਲ, ਇਸ ਨੂੰ ਸਿਮਰਨ ਦੇ ਨਾਲ ਉਹਦੀਆਂ ਭੁੱਖਾਂ ਖਤਮ ਹੋ ਗਈਆਂ ਤੇ ਭੁੱਖਾਂ ਦੇ ਨਾਲ ਫਿਰ ਦੁੱਖ ਵੀ ਖਤਮ ਹੋ ਜਾਣਗੇ। ਕਰ ਸ਼ਾਂਤ ਸੁਖ ਮਨ ਆਏ ਵਸਿਆ। ਐਸਾ ਜੋ ਪਰਮੇਸ਼ਰ ਦਾ ਨਾਮ ਕਰ ਸ਼ਾਂਤ, ਉਸ ਦੇ ਆਉਣ ਦੇ ਨਾਲ ਸ਼ਾਂਤੀ ਹੋ ਗਈ। ਸੁਖ, ਜਿਹੜਾ ਸੁਖ ਮਨ ਆਏ ਵਸਿਆ, ਇਹ ਮਨ ਦੇ ਅੰਦਰ ਆਣ ਕਰਕੇ ਵਸ ਗਿਆ। ਜਿਹੜਾ ਸੁਖ ਅਤੇ ਜੋ ਸ਼ਾਂਤੀ ਹੈ ਉਹ ਨਾਮ ਦੇ ਪ੍ਰਾਪਤ ਹੋਣ ਦੇ ਨਾਲ ਇਹ ਸਾਡੇ ਮਨ ਦੇ ਅੰਦਰ ਆਣ ਕਰਕੇ ਵਸ ਗਈ। ਜਿਨ ਇੱਛਾ ਸਭ ਪੁਜਾਈਆਂ। ਤੇ ਇਹਦੇ ਮਨ ਦੇ ਅੰਦਰ ਵਸਣ ਦੇ ਨਾਲ ਕੀ ਹੋ ਗਿਆ ਕਿ ਇੱਛਾ ਸਭ ਪੁਜਾਈਆਂ, ਕਿ ਸਾਡੀਆਂ ਸਾਰੀਆਂ ਜਿਹੜੀਆਂ ਇੱਛਾਵਾਂ ਹਨ ਉਹਨਾਂ ਦੀ ਪੂਰਤੀ ਹੋ ਗਈ ਹੈ।
ਇਸ ਪ੍ਰਕਾਰ ਨਾਲ ਸਤਿਗੁਰਾਂ ਦਾ ਬਚਨ ਹੈ ਨਾ ਕਿ ਉਸ ਪਰਮੇਸ਼ਰ ਦੀ ਜੇਕਰ ਭੁੱਖ ਲੱਗੇ, ਭੁੱਖ ਦੇ ਨਾਲ ਜਿਹੜੇ ਸਾਰੇ ਹਨ ਉਹ ਦੁੱਖ ਵਿਸਰ ਜਾਂਦੇ ਹਨ। ਇਸ ਪ੍ਰਕਾਰ ਦੇ ਨਾਲ ਜਿਹਨੇ ਇੱਛਾ ਸਭ ਪੁਜਾਈਆਂ, ਕਿ ਜਿਹੜੀਆਂ ਸਾਰੀਆਂ ਮਨ ਦੀਆਂ ਇੱਛਾ ਹਨ ਨਾ, ਚੀਜ਼ਾਂ ਦੀਆਂ, ਵਸਤੂਆਂ ਦੀਆਂ ਪ੍ਰਾਪਤੀ ਦੀਆਂ, ਉਹ ਇੱਛਾ ਫਿਰ ਸਤਿਗੁਰੂ ਦੇ ਨਾਮ ਦੇ ਨਾਲ ਹੀ ਪੂਰੀਆਂ ਹੋ ਜਾਂਦੀਆਂ ਹਨ, ਉਹ ਸੰਪੂਰਨ ਹੋ ਜਾਂਦੀਆਂ ਨੇ। ਫਿਰ ਮਨ ਦੇ ਅੰਦਰ ਕੋਈ ਇੱਛਾ ਨਹੀਂ ਰਹਿੰਦੀ ਕਿ ਆ ਵੀ ਫਲਾਣੀ ਚੀਜ਼ ਮੈਂ ਇਕੱਠੀ ਕਰ ਲਾਂ ਜੋ ਦੁੱਖ ਦਾ ਕਾਰਨ ਬਣਦੀ ਹੈ। ਇਸ ਪ੍ਰਕਾਰ ਦੇ ਨਾਲ ਨਾਮ ਹਿਰਦੇ ਵਿੱਚ ਵਸਣ ਦੇ ਨਾਲ ਇੱਛਾ ਸਾਡੀਆਂ ਸਾਰੀਆਂ ਪੂਰੀਆਂ ਹੋ ਗਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ। ਐਸੇ ਪਰਮੇਸ਼ਰ ਤੋਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਐਸੇ ਸਤਿਗੁਰਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਜਿਸ ਦੀਆਂ ਇਹ ਵਡਿਆਈਆਂ, ਜਿਸ ਦੀਆਂ ਇਤਨੀਆਂ ਅਸਚਰਜ ਵਡਿਆਈਆਂ ਹਨ, ਐਸੇ ਪਰਮੇਸ਼ਰ ਦੀਆਂ ਅਤੇ ਐਸੇ ਸਤਿਗੁਰਾਂ ਦੀਆਂ ਕਿ ਇਤਨੀਆਂ ਦਾਤਾਂ ਪਰਮੇਸ਼ਰ ਅਤੇ ਸਤਿਗੁਰੂ ਇਹ ਬਖਸ਼ਿਸ਼ ਕਰਦੇ ਹਨ। ਐਸੀਆਂ ਦਾਤਾਂ ਜੀਵ ਨੂੰ ਸੁੱਖ ਦੀਆਂ ਦਾਤਾਂ, ਉਸ ਦੇ ਅੰਦਰ ਭੁੱਖਾਂ ਮਿਟਾ ਦਿੰਦੇ ਹਨ, ਇੱਛਾ ਖਤਮ ਕਰ ਦਿੰਦੇ ਹਨ। ਅਸੀਂ ਇਹਨਾਂ ਸਤਿਗੁਰਾਂ ਤੋਂ ਕੁਰਬਾਨ ਬਲਿਹਾਰ ਜਾਂਦੇ ਹਾਂ। ਕਹਿ ਨਾਨਕ ਸੁਨਹੁ ਸੰਤੋ। ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ ਕਿ ਹੇ ਸੰਤ ਜਣੋ, ਹਿਤ ਸਤ ਸੰਗੀ ਸੱਜਣੋ, ਸੁਣਨਾ ਕਰੋ। ਸ਼ਬਦ ਤਰਹੁ ਪਿਆਰੋ। ਇਹ ਜਿਹੜਾ ਸੱਚਾ ਸ਼ਬਦ ਹੈ ਪਰਮੇਸ਼ਰ ਦਾ, ਇਹ ਜੋ ਵਾਹਿਗੁਰੂ ਸ਼ਬਦ ਹੈ ਅਤੇ ਸ਼ਬਦ ਜੋ ਸਤਿਗੁਰਾਂ ਦਾ ਹੁਕਮ ਹੈ ਕਿ ਜੀਵਨ ਕਿਸ ਤਰੀਕੇ ਨਾਲ ਜਿਉਣਾ, ਉਸ ਦੇ ਨਾਲ ਧਰੋ ਪਿਆਰੋ, ਉਸ ਦੇ ਨਾਲ ਪਿਆਰ ਕਰਨਾ ਕਰੋ, ਉਸ ਨੂੰ ਮੰਨਣ ਕਰਨਾ ਕਰੋ, ਉਸ ਦਾ ਸਿਮਰਨ ਕਰਦੇ ਰਹੋ ਸਦਾ। ਸਾਚਾ ਨਾਮ ਮੇਰਾ ਆਧਾਰੋ। ਅਤੇ ਸਤਿਗੁਰੂ ਫਰਮਾਉਂਦੇ ਵੀ ਜਿਹੜਾ ਸੱਚਾ ਨਾਮ ਹੈ ਨਾ, ਇਹੀ ਜੀਵਾਂ ਦਾ ਅਤੇ ਸਾਡਾ ਜੋ ਲੋਕ ਪਰਲੋਕ ਦੇ ਅੰਦਰ ਸਹਾਰਾ ਆਸਰਾ ਹੈ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ। ਐਸੇ ਜੋ ਸਤਿਗੁਰਾਂ ਦੀ ਸਤ ਸੰਗਤ ਹੈ, ਸਤ ਸੰਗਤ ਰੂਪ ਦੇ ਅੰਦਰ ਜੋ ਵਾਜੇ ਪੰਜ ਵਾਜੇ, ਜਿਹੜੇ ਸਰੰਗੀ, ਜੋੜੀ, ਰਬਾਬ, ਤਾਊਸ ਆਦਿਕ ਜੋ ਵਾਜੇ ਹਨ, ਇਹ ਸਤ ਸੰਗਤ ਦੇ ਅੰਦਰ ਵੱਜ ਰਹੇ ਹਨ ਅਤੇ ਇਹਨਾਂ ਦੇ ਨਾਲ ਸਤਿਗੁਰਾਂ ਦਾ ਸ਼ਬਦ ਗਾਇਨ ਹੋ ਰਿਹਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਜਿਹੜਾ ਸੁਭਾਗਾ ਘਰ ਹੈ ਨਾ, ਅਸੀਂ ਰੋਜ਼ ਹੀ ਸਰਵਣ ਕਰਦੇ ਹਾਂ ਕਿ ਜੋ ਵਡਭਾਗੇ ਹਾਂ ਜੋ ਸਤਿਗੁਰਾਂ ਦੀ ਸੰਗਤ ਦੀਆਂ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਐਸੀ ਜੋ ਸੁਭਾਗੀ ਸਤ ਸੰਗਤ ਹੈ ਸਤਿਗੁਰਾਂ ਦੀ, ਇਸ ਦੇ ਅੰਦਰ ਐਸੇ ਵਾਜੇ ਵੱਜ ਰਹੇ ਹਨ, ਸਤਿਗੁਰਾਂ ਦਾ ਸ਼ਬਦ ਗਾਇਨ ਹੋ ਰਿਹਾ ਹੈ। ਇਸੇ ਪ੍ਰਕਾਰ ਵਾਜੇ ਪੰਚ, ਜਿਹੜੇ ਸਤ ਸੰਤੋਖ ਵੱਜਿਆ ਹੈ ਵਾਜੇ ਰੂਪ, ਜਿਹੜੇ ਪੰਜ ਵਾਜੇ ਹਨ ਸ੍ਰੇਸ਼ਟ, ਉਹ ਜੀਵ ਦੇ ਹਿਰਦੇ ਅੰਦਰ ਘਰ ਸੁਭਾਗੇ। ਉਸ ਭਾਗਾ ਘਰ ਜਿੱਥੇ ਪਰਮੇਸ਼ਰ ਦਾ ਨਾਮ ਵਸ ਗਿਆ, ਉਹ ਵਡਭਾਗੀ ਹਿਰਦਾ, ਫਿਰ ਉੱਥੇ ਜੋ ਸਤ ਸੰਤੋਖ ਦਇਆ ਰੂਪੀ ਜੋ ਵਾਜੇ ਆ, ਇਹ ਗੁਣ ਹਨ, ਉੱਥੇ ਪ੍ਰਗਟ ਹੋ ਜਾਂਦੇ ਆ ਤੇ ਉੱਥੇ ਉਹਨਾਂ ਦੇ ਫਿਰ ਆਨੰਦ ਵਾਜੇ ਵੱਜਦੇ ਹਨ। ਘਰ ਸੁਭਾਗੈ ਸ਼ਬਦ ਵਾਜੇ। ਘਰ ਸੁਭਾਗੈ ਸ਼ਬਦ ਵਾਜੇ। ਇਹ ਉਹ ਸੁਭਾਗੇ ਘਰ ਜੋ ਸਤ ਸੰਗਤ ਰੂਪੀ ਸੁਭਾਗਾ ਘਰ ਅਤੇ ਜੋ ਹਿਰਦਾ ਰੂਪੀ ਜਿੱਥੇ ਨਾਮ ਵਸ ਗਿਆ, ਉਹ ਸੁਭਾਗਾ ਘਰ। ਕਲਾ ਜਿੱਤ ਘਰ ਧਾਰਿਆ। ਜਿੱਥੇ ਫਿਰ ਸਤਿਗੁਰਾਂ ਨੇ ਕਲਾ ਆਪਣੀ ਸ਼ਕਤੀ ਧਾਰਨ ਕਰ ਦਿੱਤੀ ਨਾ, ਆਪਣੀ ਬਖਸ਼ਿਸ਼ ਵਰਤਾ ਦਿੱਤੀ ਸਤ ਸੰਗਤ ਦੇ ਵਿੱਚ, ਫਿਰ ਉੱਥੇ ਵਾਜੇ ਵੱਜਦੇ ਹਨ। ਐਸੀ ਸਤਿਗੁਰਾਂ ਦੀ ਸਤ ਸੰਗਤ ਦੀ ਬਖਸ਼ਿਸ਼ ਹੈ। ਅਤੇ ਜੋ ਹਿਰਦਾ ਜਿੱਥੇ ਨਾਮ ਵਸ ਗਿਆ, ਫਿਰ ਉੱਥੇ ਸਤਿਗੁਰਾਂ ਨੇ ਆਪਣੀ ਕਲਾ ਹੀ, ਉੱਥੇ ਆਪਣੀ ਸ਼ਕਤੀ ਹੀ ਦੇ ਦਿੱਤੀ। ਸਤਿਗੁਰਾਂ ਨੇ ਕਲਾ ਜਿੱਤ ਘਰ ਧਾਰੀ, ਆਪਣੀ ਸ਼ਕਤੀ ਉੱਥੇ ਧਾਰੀ ਜਿੱਥੇ ਸਤਿਗੁਰਾਂ ਨੇ ਆਪਣੀ ਨਾਮ ਰੂਪੀ ਸ਼ਕਤੀ ਧਾਰ ਲਈ। ਫਿਰ ਉੱਥੇ ਜੋ ਸਤ ਸੰਤੋਖ ਰੂਪੀ ਵਾਜੇ ਵੱਜੇ ਅਤੇ ਜੋ ਆਦਿਕ ਸੰਗਤ ਦੇ ਅੰਦਰ ਕੀਰਤਨ ਰੂਪ ਹੋਇਆ। ਪੰਚ ਦੂਤ ਤੁਧ ਵਸ ਕੀਤੇ। ਪਰਮੇਸ਼ਰ ਤੁਸੀਂ ਫਿਰ ਇਹ ਪੰਜ ਦੂਤ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ, ਇਹ ਜੋ ਪੰਜ ਦੂਤ ਹਨ, ਤੁਸੀਂ ਫਿਰ ਉਹਨਾਂ ਤੇ ਵਸ ਕਰ ਲਏ, ਜਿਨ੍ਹਾਂ ਨੇ ਪਰਮੇਸ਼ਰ ਨੂੰ ਸਦਾ ਰਹੋ ਹਰ ਨਾਲੇ, ਜਿਹੜੇ ਉਸ ਪਰਮੇਸ਼ਰ ਦੇ ਸਦਾ ਨਾਲ ਰਹੇ, ਜਿਨ੍ਹਾਂ ਨੇ ਸਦਾ ਪਰਮੇਸ਼ਰ ਦਾ ਸਿਮਰਨ ਕੀਤਾ, ਉਹਨਾਂ ਦੇ ਤੁਸੀਂ ਇਹ ਪੰਜੇ ਦੂਤ ਆਪਣੇ ਵਸ ਕਰ ਲਏ, ਕਾਬੂ ਕਰ ਦਿੱਤੇ। ਕਾਲ ਕੰਟਕ ਮਾਰਿਆ। ਫਿਰ ਕਾਲ ਕੰਟਕ, ਜਿਹੜਾ ਦੁਖਦਾਈ ਕਾਲ ਹੈ, ਜੋ ਮੌਤ ਦਾ ਭੈ ਹੈ ਅਤੇ ਜੋ ਮੌਤ ਦਾ ਜਮਦੂਤਾਂ ਦਾ ਭੈ ਡੰਡ ਹੈ, ਕੰਟਕ ਜੋ ਦੁਖਦਾਈ ਹੈ, ਉਹ ਤੁਸੀਂ ਇਹ ਪਰਮੇਸ਼ਰ ਮਾਰਿਆ, ਮਾਰਨਾ ਕਰ ਦਿੱਤਾ, ਖਤਮ ਕਰ ਦਿੱਤਾ। ਧੁਰ ਕਰਮ ਪਾਇਆ ਤੁਧ ਜਿਨ ਕੋ। ਜਿਨ੍ਹਾਂ ਦੇ ਉੱਪਰ ਹੈ ਪਰਮੇਸ਼ਰ ਤੁਸੀਂ ਧੁਰ ਕਰਮ, ਧੁਰ ਤੋਂ ਹੀ ਕਰਮ ਲਿਖ ਕੇ, ਉਸ ਦੇ ਮੱਥੇ ਉੱਤੇ ਕਰਮ ਲਿਖ ਕੇ ਘੱਲੇ।
ਸੇ ਨਾਮ ਹਰਿ ਕੈ ਲਾਗੇ। ਉਹੀ ਫਿਰ ਹਰੀ ਦੇ ਨਾਮ ਦੇ ਨਾਲ ਲਾਗੇ ਲੱਗ ਗਏ, ਹਰੀ ਦਾ ਨਾਮ ਜਪਣ ਲੱਗ ਗਏ, ਪਰਮੇਸ਼ਰ ਦੇ ਨਾਲ ਹਮੇਸ਼ਾ ਰਹਿਣ ਲੱਗ ਪਏ, ਜਿਨ੍ਹਾਂ ਤੇ ਹੈ ਸਤਿਗੁਰੂ ਤੁਸੀਂ ਕਿਰਪਾ ਕਰਕੇ ਧੁਰ ਕਰਮ ਪਾਇਆ, ਧੁਰ ਤੋਂ ਤੁਸੀਂ ਉਹਨਾਂ ਦੇ ਕਰਮ ਲਿਖ ਦਿੱਤੇ ਮਸਤਕ ਤੇ। ਇਸੇ ਪ੍ਰਕਾਰ ਨਾਲ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਜਿਹੜੇ ਹਰੀ ਦੇ ਨਾਮ ਵਿੱਚ ਲੱਗੇ ਹਨ ਉਹ ਇਹ ਅਹੰਕਾਰ ਨਾ ਕਰ ਲੈਣ ਕਿ ਅਸੀਂ ਆਪਦੇ ਉਦਮ ਦੇ ਨਾਲ ਲੱਗੇ ਹਾਂ, ਅਸੀਂ ਆਪਦੇ ਉਦਮ ਦੇ ਨਾਲ ਸੇਵਾ ਕਰਨ ਲੱਗ ਪਏ ਹਾਂ। ਸਤਿਗੁਰੂ ਕਹਿੰਦੇ ਕਿ ਧੁਰ ਕਰਮ ਪਾਇਆ, ਉਹਨਾਂ ਦੇ ਮਸਤਕ ਤੇ ਧੁਰੋਂ ਹੀ ਕਰਮ ਸਤਿਗੁਰਾਂ ਨੇ ਲਿਖ ਕਰਕੇ ਭੇਜਿਆ ਸੀ। ਕਹਿ ਨਾਨਕ ਤਹਿ ਸੁਖ ਹੋਆ। ਸਤਿਗੁਰੂ ਨਾਨਕ ਦੇਵ ਮਹਾਰਾਜ ਸਤਿਗੁਰੂ ਅਮਰਦਾਸ ਮਹਾਰਾਜ ਸਰੂਪ ਅੰਦਰ ਫਰਮਾ ਰਹੇ ਹਨ ਤਹਿ ਸੁਖ ਹੋਆ। ਫਿਰ ਉੱਥੇ ਸੁਖ ਵਰਤ ਗਿਆ ਹੈ, ਜਿੱਥੇ ਫਿਰ ਨਾਮ ਸਤਿਗੁਰਾਂ ਦਾ ਆ ਗਿਆ ਨਾ ਉੱਥੇ ਫਿਰ ਸੁਖ ਬਖਸ਼ਿਸ਼ ਸਤਿਗੁਰਾਂ ਨੇ ਕਰ ਦਿੱਤਾ ਹੈ। ਤਿਤ ਘਰ ਅਨਹਦ ਵਾਜੇ। ਅਤੇ ਐਸੇ ਉਸ ਸਤ ਸੰਗਤ ਰੂਪੀ ਘਰ ਅਤੇ ਉਸ ਮਨੁੱਖ ਦੇ ਹਿਰਦੇ ਅੰਦਰ ਜਿੱਥੇ ਨਾਮ ਵਸ ਗਿਆ, ਐਸਾ ਸੁਭਾਗਾ ਘਰ, ਉੱਥੇ ਅਨਹਦ ਵਾਜੇ, ਉਹ ਜਿਹੜੇ ਅਨਹਦ ਵਾਜੇ ਹਨ ਪਰਮੇਸ਼ਰ ਦੇ, ਉਹ ਫਿਰ ਵੱਜਣ ਲੱਗ ਪੈਂਦੇ ਹਨ ਜੀ। ਅਨੰਦ ਸੁਨੋ ਵਡ ਭਾਗਿਓ। ਇੱਥੇ ਫਿਰ ਜੋ ਬਚਨ ਹਨ ਨਾ 5 ਪੌੜੀਆਂ ਜੋ ਸ੍ਰੀ ਆਨੰਦ ਸਾਹਿਬ ਗੁਰਬਾਣੀ ਦੀਆਂ ਸਾਧ ਸੰਗਤ, ਇੱਥੇ ਜੋ 40 ਪੌੜੀਆਂ ਦੇ ਵਿੱਚੋਂ ਪਹਿਲੀਆਂ 5 ਪੌੜੀਆਂ ਇੱਥੇ ਸੰਪੂਰਨ ਹੋਈਆਂ ਹਨ ਅਤੇ ਇਸ ਤੋਂ ਅੱਗੇ ਜੋ 40ਵੀਂ ਪੌੜੀ ਜੋ ਗੁਰਬਾਣੀ ਦੀ ਅਖੀਰਲੀ ਪੌੜੀ ਹੈ ਉਸ 6ਵੀਂ ਪੌੜੀ ਦੇ ਰੂਪ ਅੰਦਰ ਉਹ ਇੱਥੇ ਆ ਰਹੀ ਹੈ। ਉਹ ਇਸ ਪ੍ਰਕਾਰ ਆਨੰਦ ਸੁਣੋ ਵਡ ਭਾਗੀ ਹੋ, ਖੇਵੜ ਭਾਗੀ ਸਤ ਸੰਗੀ ਸਜਣੋ ਆਨੰਦ ਸੁਣੋ, ਕਿ ਐਸਾ ਜੋ ਆਨੰਦ ਹੋਇਆ ਹੈ ਸਾਡੇ ਹਿਰਦੇ ਅੰਦਰ ਇਹ ਸੁਣਨਾ ਕਰੋ। ਸਗਲ ਮਨੋਰਥ ਪੂਰੇ। ਕਿ ਇਸ ਦੇ ਨਾਲ ਸਾਡੇ ਸਾਰੇ ਮਨੋਰਥ, ਸਾਰੇ ਕਾਰਜ ਸਾਡੇ ਪੂਰੇ ਹੋ ਗਏ ਹਨ। ਮਨੋਰਥ ਜਿਹੜਾ ਜੀਵ ਦਾ ਮਨੋਰਥ ਹੈ ਨਾ, ਪਹੀ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜਿਹੜਾ ਸ੍ਰੇਸ਼ਟ ਮਨੋਰਥ ਹੈ ਮਨੁੱਖਾ ਜਨਮ ਧਾਰਨ ਕਰਨ ਦਾ, ਕਿ ਪਰਮੇਸ਼ਰ ਦੇ ਨਾਲ ਮਿਲਣ ਦੀ ਇਹ ਜੋ ਵਾਰੀ ਹੈ, ਇਹ ਸਗਲ ਮਨੋਰਥ ਪੂਰੇ, ਇਹ ਵੀ ਮਨੋਰਥ ਸਾਡਾ ਸੰਪੂਰਨ ਹੋ ਗਿਆ ਹੈ। ਕਾਹਦੇ ਨਾਲ? ਆਨੰਦ ਸੁਣੋ ਵਡ ਭਾਗੀ ਹੋ। ਜਿਹੜਾ ਆਨੰਦ ਭਾਵ ਜੋ ਗੁਰਬਾਣੀ, ਜਿਹੜੀ ਆਨੰਦ ਸਾਹਿਬ ਗੁਰਬਾਣੀ, ਇਸ ਦੇ ਸੁਣਨ ਦੇ ਨਾਲ, ਅਤੇ ਜੋ ਆਨੰਦ ਭਾਵ ਜੋ ਪ੍ਰਭੂ ਦਾ ਜਸ ਗਾਉਣਾ ਹੈ ਉਸ ਦੇ ਨਾਲ, ਇਹ ਜੋ ਸਾਰੇ ਸਾਡੇ ਮਨੋਰਥ ਹਨ ਇਹ ਪੂਰੇ ਹੋ ਗਏ ਹਨ। ਪਾਰ ਬ੍ਰਹਮ ਪ੍ਰਭ ਪਾਇਆ। ਪਾਰ ਬ੍ਰਹਮ ਪਰਮੇਸ਼ਰ ਜੋ ਹੈ ਪਾਇਆ, ਜੋ ਪ੍ਰਭ ਪਰਮੇਸ਼ਰ ਹੈ, ਪ੍ਰਭੂ ਨੂੰ ਪਾਉਣਾ ਕਰ ਲਿਆ ਹੈ ਅਸੀਂ ਇਸ ਆਨੰਦ ਸਾਹਿਬ ਬਾਣੀ ਦੇ ਨਾਲ ਅਤੇ ਪ੍ਰਭੂ ਦੇ ਜਸ ਗਾਇਨ ਕਰਨ ਦੇ ਨਾਲ। ਉਤਰੇ ਸਗਲ ਵਸੂਰੇ। ਅਤੇ ਜੋ ਸਾਰੇ ਜਿਹੜੇ ਵਸੂਰੇ ਭਾਵ ਜਿਹੜੇ ਝੋਰੇ ਹਨ ਨਾ ਮਨੁੱਖ ਨੂੰ, ਉਹ ਸਾਰੇ ਹੀ ਉਤਰ ਜਾਂਦੇ ਹਨ। ਇਸ ਪ੍ਰਕਾਰ ਸਤਿਗੁਰੂ ਕਹਿੰਦੇ ਕਿ ਸਾਡੇ ਉਤਰ ਗਏ ਹਨ। ਦੁਖ ਰੋਗ ਸੰਤਾਪ ਉਤਰੇ। ਫਿਰ ਜਿਹੜੇ ਦੁੱਖ, ਜਿਹੜੇ ਦੁੱਖ ਅਤੇ ਰੋਗ ਅਤੇ ਜੋ ਸੰਤਾਪ ਹਨ ਮਨੁੱਖ ਦੇ ਜੀਵਨ ਦੇ ਅੰਦਰ, ਉਹ ਸਾਰੇ ਹੀ ਉਤਰੇ। ਸਗਲ ਦੁੱਖ ਰੋਗ ਸੰਤਾਪ ਉਤਰੇ, ਇਹ ਸਾਰੇ ਹੀ ਉਤਰ ਗਏ ਹਨ, ਖਤਮ ਹੋ ਗਏ ਹਨ। ਸੁਣੀ ਸੱਚੀ ਬਾਣੀ। ਕਿਉਂਕਿ ਅਸੀਂ ਸਤਿਗੁਰਾਂ ਦੀ ਪਵਿੱਤਰ ਜਿਹੜੀ ਗੁਰਬਾਣੀ ਨੂੰ ਸੁਣਨਾ ਕੀਤਾ ਹੈ, ਜੋ ਪਵਿੱਤਰ ਗੁਰਬਾਣੀ ਸ੍ਰੀ ਆਨੰਦ ਸਾਹਿਬ ਉਸ ਨੂੰ ਸੁਣਨਾ ਕੀਤਾ ਹੈ। ਇਹ ਜੋ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਗੁਰਬਾਣੀ ਇੱਕ ਓੰਕਾਰ ਤੋਂ 18 10 20 ਤੱਕ, ਉਸ ਨੂੰ ਅਸੀਂ ਸੁਣਨਾ ਕੀਤਾ ਹੈ। ਅਤੇ ਇਹ ਜੋ ਪਵਿੱਤਰ ਗੁਰਬਾਣੀ ਦੀ ਕਥਾ ਉਸ ਨੂੰ ਅਸੀਂ ਸੁਣਨਾ ਕੀਤਾ ਹੈ। ਇਹ ਜੋ ਗੁਰਬਾਣੀ ਦਾ ਕੀਰਤਨ ਉਸ ਨੂੰ ਅਸੀਂ ਸੁਣਨਾ ਕੀਤਾ ਹੈ। ਉਸ ਦੇ ਨਾਲ ਸਾਡੇ ਦੁੱਖ ਰੋਗ ਸੰਤਾਪ ਉਤਰੇ। ਫਿਰ ਸਾਡੇ ਦੁੱਖ ਰੋਗ ਸੰਤਾਪ ਸਾਰੇ ਖਤਮ ਹੋ ਗਏ ਹਨ। ਸੁਣੀ ਸੱਚੀ ਬਾਣੀ, ਬਾਣੀ ਨੂੰ ਸੁਣਨ ਦੇ ਨਾਲ ਹੀ ਸੰਤ ਸਾਜਨ ਭਏ ਸਰਸੇ। ਅਤੇ ਸੰਤ ਸਾਜਣ, ਸੰਤ ਜਿਨ੍ਹਾਂ ਨੇ ਫਿਰ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ, ਨਾਮ ਜਿਹੜੇ ਜਿਨ੍ਹਾਂ ਦੇ ਹਿਰਦੇ ਅੰਦਰ ਵਸ ਗਿਆ, ਅਤੇ ਸਾਜਣ ਜਿਹੜੇ ਸਤ ਸੰਗਤ ਰੂਪ ਵਿੱਚ ਆਣ ਕਰਕੇ ਮਿਲਦੇ ਹਨ, ਜਿਹੜੇ ਸਤਿਗੁਰਾਂ ਅੱਗੇ ਅਰਦਾਸ ਬੇਨਤੀਆਂ ਕਰਦੇ ਹਨ ਕਿ ਸਾਡੇ ਤੇ ਵੀ ਸਤਿਗੁਰੂ ਬਖਸ਼ਿਸ਼ ਕਰੋ। ਤੇ ਉਹ ਫਿਰ ਜਿਹੜੇ ਸੰਤ ਅਤੇ ਸਾਜਣ ਸਤ ਸੰਗਤ ਰੂਪ ਸੱਜਣ ਹਨ, ਭਏ ਸਰਸੇ, ਸ ਰਸੇ ਭਾਵ ਰਸ ਦੇ ਸਹਿਤ ਹੋ ਗਏ। ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰਸ ਪ੍ਰਾਪਤ ਹੋ ਗਿਆ। ਪੂਰੇ ਗੁਰ ਤੇ ਜਾਣੀ। ਇਹ ਫਿਰ ਹੁਣ ਜਿਹੜੀ ਇਹ ਵਿਚਾਰ ਹੈ ਨਾ, ਜਿਹੜੀ ਵੀ ਸਤਿਗੁਰਾਂ ਦੇ ਨਾਮ ਸਿਮਰਨ ਦੇ ਨਾਲ ਸਾਰੀਆਂ ਪ੍ਰਾਪਤੀਆਂ ਹੁੰਦੀਆਂ, ਸਾਰੇ ਦੁੱਖ ਮਿਟਦੇ, ਇਹ ਫਿਰ ਪੂਰੇ ਗੁਰ ਤੇ ਜਾਣੀ। ਇਹ ਪੂਰੇ ਗੁਰਾਂ ਪਾਸੋਂ ਹੀ ਇਹ ਪਤਾ ਲੱਗਦੀਆਂ ਹਨ। ਪੂਰੇ ਗੁਰਾਂ ਦੀ ਜੇਕਰ ਸੰਗਤ ਕਰੀਏ, ਕਥਾ ਵਿਚਾਰਾ ਆਣ ਕਰਕੇ ਸੁਣੀਏ, ਫਿਰ ਹੀ ਇਹ ਸਮਝ ਲੱਗਦੀ ਹੈ ਕਿ ਸਤਿਗੁਰੂ ਐਡੇ ਬਖਸ਼ਿੰਦ ਹਨ, ਐਸੀਆਂ ਬਖਸ਼ਿਸ਼ਾਂ ਕਰਨ ਵਾਲੇ ਹਨ। ਸੁਣਤੇ ਪੁਨੀਤ ਕਹਤੇ ਪਵਿੱਤ। ਸੁਣਤੇ ਪੁਨੀਤ, ਜਿਹੜੇ ਸੁਣਨ ਵਾਲੇ ਹਨ ਉਹ ਪੁਨੀਤ ਹਨ ਗੁਰਬਾਣੀ ਨੂੰ ਅਤੇ ਗੁਰਬਾਣੀ ਦੀ ਕਥਾ ਨੂੰ। ਪੁਨੀਤ ਆਪਾਂ ਸੁਖਮਨੀ ਸਾਹਿਬ ਅੰਦਰ ਪੜ੍ਹਦੇ ਹਾਂ, ਪਵਿੱਤਰ 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 ਪੁਨੀਤ,
ਨਾਮ ਜਪੈ ਨਾਨਕ ਮਨ ਪ੍ਰੀਤ। ਕਿ ਪੁਨੀਤ ਦਾ ਅਰਥ ਵੀ ਜਿਹੜਾ 3 ਵਾਰੀ ਪਵਿੱਤਰ ਹੋ ਜਾਵੇ, ਪਵਿੱਤਰ ਪਵਿੱਤਰ ਪਵਿੱਤਰ। ਅਤੇ ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸੁਣਤੇ ਪੁਨੀਤ ਕਹਤੇ ਪਵਿੱਤ। ਜਿਹੜੇ ਕਹਿਣ ਵਾਲੇ ਹਨ, ਜਸ ਕਹਿਣ ਵਾਲੇ ਹਨ, ਕਥਾ ਕਰਨ ਵਾਲੇ, ਕੀਰਤਨ ਕਰਨ ਵਾਲੇ, ਗੁਰਬਾਣੀ ਨੂੰ ਪੜ੍ਹਨ ਵਾਲੇ ਹਨ, ਉਹ ਤਾਂ ਭਾਈ ਪਵਿੱਤਰ ਹਨ। ਪਵਿੱਤਰ ਵੀ ਪਦਵੀ ਬਹੁਤ ਉੱਚੀ ਹੁੰਦੀ ਹੈ, ਪਰ ਜਿਹੜੇ ਸੁਣਨ ਵਾਲੇ ਹਨ, ਸੁਣਤੇ ਪੁਨੀਤ। ਫਿਰ ਜਿਹੜੇ ਸੁਣਨ ਵਾਲੇ ਉਹ ਫਿਰ 3 ਵਾਰੀ ਪਵਿੱਤਰ ਹੋ ਜਾਂਦੇ ਹਨ। ਸਤਿਗੁਰ ਰਹਿਆ ਭਰਪੂਰੇ। ਅਤੇ ਇਸ ਪ੍ਰਕਾਰ ਨਾਲ ਜੋ ਸਤਿਗੁਰੂ ਹੈ ਉਹ ਪਰਿਪੂਰਨ ਹੋ ਰਹੇ ਹਨ। ਉਹ ਸਤਿਗੁਰੂ ਭਰਪੂਰ ਹਰੇਕ ਜੀਵਾਂ ਦੇ ਅੰਦਰ ਪਰਿਪੂਰਨ ਹੋ ਕਰਕੇ ਵਸ ਰਹੇ ਹਨ। ਬਿਨਵੰਤ ਨਾਨਕ ਗੁਰ ਚਰਨ ਲਾਗੇ। ਇੱਥੇ ਫਿਰ ਸਤਿਗੁਰੂ ਬੇਨਤੀ ਪੂਰਵਕ ਬਚਨ ਕਰ ਰਹੇ ਹਨ ਕਿ ਗੁਰ ਚਰਨ ਲਾਗੇ। ਕਿ ਸਤਿਗੁਰਾਂ ਦੀ ਜੋ ਵੱਡੇ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਅਤੇ ਉਸ ਗੁਰੂ ਰੂਪ ਜੋ ਪਰਮੇਸ਼ਰ ਹੈ ਉਸ ਦੀ ਚਰਣੀ ਸਰਣੀ ਪੈਣ ਦੇ ਨਾਲ, ਚਰਨਾਂ ਦੇ ਵਿੱਚ ਚਰਨਾਂ ਦੇ ਨਾਲ ਮੱਥਾ ਲਾਉਣ ਦੇ ਨਾਲ ਵਾਜੇ ਅਨਹਦ ਤੂਰੇ। ਫਿਰ ਜਿਹੜੇ ਅਨਹਦ ਰੂਪੀ ਵਾਜੇ ਹਨ ਨਾ, ਉਹ ਫਿਰ ਇਸ ਜੀ ਸਰੀਰ ਦੇ ਅੰਦਰ ਇਸ ਜੀਵ ਨੂੰ ਫਿਰ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਜਿਹੜੇ ਅਨਹਦ ਵਾਜੇ ਫਿਰ ਉਸ ਨੂੰ ਸੁਣਨ ਲੱਗ ਪੈਂਦੇ ਹਨ। ਸੋ ਅਨਹਦ ਨਾਦ ਸੁਣਨ ਲੱਗ ਪੈਂਦਾ ਹੈ, ਉਸ ਦੇ ਅੰਦਰ ਖੁਸ਼ੀ ਦੇ ਵਾਜੇ ਵੱਜਣ ਲੱਗ ਪੈਂਦੇ ਹਨ। ਇਹ ਸਤਿਗੁਰਾਂ ਨੇ ਅੱਜ ਦੇ ਇਸ ਪਵਿੱਤਰ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ। ਜੋ ਆਨੰਦ ਸਾਹਿਬ ਗੁਰਬਾਣੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀਆਂ ਦੀ ਪਵਿੱਤਰ ਗੁਰਬਾਣੀ ਦੀਆਂ 40 ਪੌੜੀਆਂ, ਉਹਦੇ ਵਿੱਚੋਂ ਜੋ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਹ ਜੋ ਮਰਿਆਦਾ ਕਾਇਮ ਕੀਤੀ ਕਿ 6 ਪੌੜੀਆਂ ਰਹਿਰਾਜ ਸਾਹਿਬ ਜੀ ਦੀ ਗੁਰਬਾਣੀ ਅੰਦਰ ਪੜ੍ਹਨੀਆਂ ਹਨ, ਉਹ ਇਹ 6 ਪੌੜੀਆਂ ਦੀ ਵਿਚਾਰ ਸਾਰੀ ਸੰਗਤ ਨੇ ਆਪਾਂ ਸਰਵਣ ਕੀਤੀ ਹੈ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਅਤੇ ਇਸ ਤੋਂ ਅਗਲੇਰੇ ਜੋ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਅੰਦਰੋਂ ਆਉਣਗੇ, ਉਹ ਆਪਾਂ ਆਉਣ ਵਾਲੇ ਦੀਵਾਨਾਂ ਵਿੱਚ ਸਰਵਣ ਕਰਨ ਦਾ ਯਤਨ ਕਰਾਂਗੇ। ਜਿਸ ਪ੍ਰਕਾਰ ਮੁੰਦਾਵਣੀ ਮਹੱਲਾ 5, ਥਾਲ ਵਿੱਚ 3 ਵਸਤੂ ਪਈਓ ਅਤੇ ਤੇਰਾ ਕੀਤਾ ਜਾਤੋ ਨਾਹੀ। ਇਸ ਪ੍ਰਕਾਰ ਜੋ 3 ਸ਼ਬਦ ਹੋਰ ਹਨ, ਇਹ ਆਪਾਂ ਅਗਲੇਰੇ ਦੀਵਾਨਾਂ ਅੰਦਰ ਸਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਹੈ। ਜੋ ਕੱਲ ਦੇ ਦੀਵਾਨਾਂ ਅੰਦਰ ਇਹ ਜੋ ਗੁਰਬਾਣੀ ਦੀ ਇਹ ਜੋ ਸ੍ਰੀ ਰਹਿਰਾਜ ਸਾਹਿਬ ਜੀ ਦੀ ਹੈ, ਇਹ ਜੋ ਸੰਪੂਰਨਤਾ ਹੋ ਜਾਵੇਗੀ। ਸਤਿਗੁਰੂ ਕਿਰਪਾ ਕਰਨ, ਸਾਰੀ ਸੰਗਤ ਨੂੰ ਬਲ ਉਦਮ ਬਖਸ਼ਿਸ਼ ਕਰਕੇ ਤੇ ਆਪ ਸਤ ਸੰਗਤ ਦੇ ਵਿੱਚ ਲੈ ਆਇਆ ਕਰਨ। ਸਤਿਗੁਰੂ ਬਖਸ਼ਿੰਦ ਹਨ ਤੇ ਆਪਾਂ ਵੀ ਸਤਿਗੁਰਾਂ ਅੱਗੇ ਬੇਨਤੀਆਂ ਕਰੀਏ ਕਿ ਸਤਿਗੁਰੂ ਸਾਡੇ ਤੇ ਵੀ ਕਿਰਪਾ ਕਰੋ, ਸਾਨੂੰ ਵੀ ਇਹ ਜੋ ਆਨੰਦ ਰੂਪ ਪਰਮੇਸ਼ਰ ਦਾ ਆਨੰਦ ਹੈ, ਬ੍ਰਹਮ ਗਿਆਨ ਹੈ, ਇਹਦੀ ਪ੍ਰਾਪਤੀ ਹੋ ਜਾਵੇ ਤੇ ਸਾਡਾ ਫਿਰ ਜਿਹੜਾ ਮਨੋਰਥ ਹੈ ਉਹ ਪੂਰਾ ਹੋ ਜਾਵੇ ਇਸ ਸੰਸਾਰ ਦੇ ਵਿੱਚ ਆਉਣ ਦਾ। ਕਿ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਇਹ ਜੋ ਪਰਮੇਸ਼ਰ ਨੂੰ ਮਿਲਣ ਦੀ ਵਾਰੀ ਇਹ ਪੂਰੀ ਹੋ ਜਾਵੇ, ਸਾਡਾ ਮਨੋਰਥ ਇਹ ਪੂਰਾ ਹੋ ਜਾਵੇ। ਇਸ ਪ੍ਰਕਾਰ ਨਾਲ ਸਤਿਗੁਰਾਂ ਅੱਗੇ ਬੇਨਤੀ ਕਰੀਏ ਤੇ ਸਤਿਗੁਰੂ ਬਖਸ਼ਿਸ਼ ਕਰਨਗੇ। ਸੋ ਇੱਥੇ ਹੀ ਸਾਰੀ ਸਮਾਪਤੀ ਹੈ ਜੀ। ਜੋ ਗੁਰਬਾਣੀ ਪੜ੍ਹਦਿਆਂ, ਗੁਰਬਾਣੀ ਉਚਾਰਦਿਆਂ, ਕਥਾ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ, ਸਤਿਗੁਰੂ ਬਖਸ਼ਣਹਾਰ ਹਨ, ਸਤਿਗੁਰੂ ਬਖਸ਼ ਲੈਣ। ਸਤਿਗੁਰੂ ਦੀ ਸੰਗਤ ਬਖਸ਼ਣਯੋਗ ਹੈ, ਬੱਚਾ ਜਾਣ ਕੇ ਮਾਫ ਕਰ ਦਿਓ। ਤੇ ਹੁਣ ਸਾਰੀ ਸਮਾਪਤੀ ਹੈ ਜੀ। ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ। ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੈ ਗੁਣ ਨਿਧਾਨ, ਜਾ ਕੈ ਸਦਾ ਵਿਵੇਕ। ਹੇ ਅਪਰੰਪਰ ਹਰ ਹਰੇ, ਹੈ ਭੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ, ਰਾਖੋ ਹਿਐ ਪਰੋਏ। ਆਏ ਪ੍ਰਭ ਸਰਨਾਗਤੀ, ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।